ਵਾਹਿਗੁਰੂ ਸਾਹਿਬ ਜੀ। ਮੰਨੇ ਕੀ ਗਤ ਕਹੀ ਨ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨ ਲਿਖਨ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ, ਜੋ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਕਰਦੇ ਹਾਂ। ਆਪਾਂ ਮੰਨੇ ਵਾਲੀਆਂ ਪੌੜੀਆਂ ਦੀ ਵਿਆਖਿਆ ਕਰ ਰਹੇ ਹਾਂ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਨੇ ਉਹਨਾਂ ਪੌੜੀਆਂ ਦੇ ਭਾਵ ਅਰਥ ਸਮਝੇ ਕਿ ਮੰਨਣਾ ਕਿਉਂ ਜ਼ਰੂਰੀ ਹੈ, ਔਰ ਜੇ ਨਹੀਂ ਮੰਨਦੇ ਤਾਂ ਫਿਰ ਕੀ ਨਤੀਜਾ ਹੈ। ਤੋ ਉਹ ਮੰਨਣ ਦਾ ਜੋ ਭਾਵ ਹੈ ਉਹਨੂੰ ਸਮਝਿਆ। ਅੱਜ ਆਪਾਂ ਇਹਨਾਂ ਮੰਨੇ ਵਾਲੀਆਂ ਪੌੜੀਆਂ ਦੇ ਅੱਖਰੀ ਅਰਥ ਕਰਾਂਗੇ। ਸਤ ਸੰਗਤ, ਆਓ ਸਤਿਗੁਰਾਂ ਦੀ ਪਿਆਰੀ ਬਖਸ਼ੀ ਫਤਿਹ ਵਿੱਚ ਹਾਜ਼ਰੀ ਭਰ ਕੇ ਇਹ ਵਿਆਖਿਆ ਪ੍ਰਾਰੰਭ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਨੇ ਵਾਲੀਆਂ ਜੋ ਪੌੜੀਆਂ ਹਨ, ਇਹ 4 ਪੌੜੀਆਂ ਨੇ। ਜੋ ਪਹਿਲੀ ਮੰਨੇ ਵਾਲੀ ਪੌੜੀ ਹੈ, ਉੱਥੇ ਮੰਮੇ ਨੂੰ ਟਿੱਪੀ ਤੇ ਨੰਨੇ ਨੂੰ ਲਾਂ ਲੱਗੀ ਹੈ। ਮੰਨੇ, ਇਹਨੂੰ ਮੰਨੈ, ਇੱਥੇ ਮੰਨੈ ਨਹੀਂ ਬੋਲਣਾ, ਮੰਨੇ। ਇੱਥੇ ਲਾਂ ਲੱਗੀ ਆ ਤੇ ਇਹਦਾ ਅਰਥ ਬਣ ਜਾਵੇਗਾ ਕਿ ਜਿਸ ਨੇ ਮੰਨ ਲਿਆ ਹੈ, ਜਿਹੜਾ ਉਹ ਮੰਨਣ ਵਾਲੀ ਜਿਹੜੀ ਸੰਪੂਰਨ ਅਵਸਥਾ ਤੇ ਸਿਖਰ ਤੇ ਪਹੁੰਚ ਗਿਆ ਹੈ, ਜਿਹਨੇ ਮੰਨ ਲਿਆ ਹੈ। ਫਿਰ ਜਿਹਨੇ ਮੰਨ ਲਿਆ ਹੈ, ਉਹਦਾ ਜੀਵਨ ਕੈਸਾ ਹੈ, ਉਹਦੀ ਮਹਿਮਾ ਕਿੱਡੀ ਕੁ ਹੈ, ਉਸ ਬਾਰੇ ਇਸ ਪੌੜੀ ਦੇ ਵਿੱਚ ਦੱਸਿਆ ਹੈ। ਫਿਰ ਇਸ ਤੋਂ ਬਾਅਦ ਅਗਲੀਆਂ ਜਿਹੜੀਆਂ 3 ਪੌੜੀਆਂ ਮੰਨੇ ਵਾਲੀਆਂ ਹਨ, ਉੱਥੇ ਫਿਰ ਮੰਮੇ ਨੂੰ ਟਿੱਪੀ ਤੇ ਨੰਨੇ ਨੂੰ ਦੁਲਾਵਾਂ ਲੱਗੀਆਂ ਨੇ। ਮੰਨੈ, ਉੱਥੇ ਮੰਨੇ ਨਹੀਂ ਪੜ੍ਹਨਾ, ਮੰਨੈ, ਨੰਨੇ ਨੂੰ ਦੁਲਾਵਾਂ ਲੱਗੀਆਂ ਨੇ। ਔਰ ਉੱਥੇ ਅਰਥ ਦੇ ਵਿੱਚ ਫਰਕ ਆ ਜਾਂਦਾ ਹੈ। ਉੱਥੇ ਫਿਰ ਮੰਨੇ ਦਾ ਜੋ ਅਰਥ ਬਣ ਜਾਵੇਗਾ ਉਹ ਇਹ ਬਣੇਗਾ ਵੀ ਜੇ ਕੋਈ ਮੰਨ ਲਵੇ।
ਹੁਣ ਮੰਨੇ ਵਾਲੀ ਪਹਿਲੀ ਪੌੜੀ ਦੇ ਵਿੱਚ ਕਿਹਾ ਸੀ ਵੀ ਜਿਹਨੇ ਮੰਨ ਲਿਆ, ਜਿਹੜਾ ਉਸ ਸਿਖਰ ਤੇ ਪਹੁੰਚ ਗਿਆ, ਫਿਰ ਉਹਦੀ ਮਹਿਮਾ ਕਿੱਡੀ ਕੁ ਹੈ ਉਹਦੇ ਬਾਰੇ ਜ਼ਿਕਰ ਕੀਤਾ ਹੈ। ਔਰ ਇੱਥੇ ਸਤਿਗੁਰਾਂ ਨੇ ਦੁਲਾਵਾਂ ਲਾਈਆਂ ਨੇ। ਔਰ ਇਹਨਾਂ ਤਿੰਨੇ ਪੌੜੀਆਂ ਵਿੱਚ, ਮੰਨੇ ਦੀਆਂ ਆਖਰੀ 3 ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਕੰਡੀਸ਼ਨ ਦੱਸੀ ਆ ਵੀ ਜੇ ਮੰਨ ਲਵੇਂਗਾ ਤੇ ਤੈਨੂੰ ਆਹ ਕੁਝ ਮਿਲੂਗਾ। ਫਿਰ ਜੇ ਮੰਨ ਲਵੇਂਗਾ, ਹੁਣ ਜੇ ਸ਼ਬਦ ਕੰਡੀਸ਼ਨਲ ਹੈ ਵੀ ਜੇ ਮੰਨੇਗਾ ਤੇ ਫਿਰ ਆਹ ਕੁਝ ਮਿਲ ਜਾਵੇਗਾ ਤੈਨੂੰ। ਫਿਰ ਉੱਥੇ ਮੰਨੈ ਨੰਨੇ ਨੂੰ ਦੁਲਾਵਾਂ ਵਾਲੇ ਜਿੰਨੀਆਂ ਵੀ ਪੌੜੀਆਂ 3 ਪੌੜੀਆਂ ਨੇ ਉਹਦੇ ਅਰਥ ਇਸ ਤਰ੍ਹਾਂ ਬਣਨਗੇ। ਵੈਸੇ ਕਈਆਂ ਦੇ ਅਨੁਭਵ ਨੇ ਇਹ ਬਿਆਨ ਕੀਤਾ ਹੈ, ਕਿਉਂਕਿ ਆਪਾਂ ਵਿਚਾਰਾਂਗੇ ਵੀ ਜਿਹਨੇ ਮੰਨ ਲਿਆ ਉਹਦੀ ਮਹਿਮਾ ਕੀ ਹੈ। ਪਹਿਲਾਂ ਆਪਾਂ ਵਿਚਾਰ ਲਈਏ ਵੀ ਇਹ ਇੱਥੋਂ ਕਈਆਂ ਨੇ ਅਨੁਭਵ ਕੀਤਾ ਹੈ ਕਿ ਜੋ ਮੰਨਣ ਦੀਆਂ ਸਟੇਜਸ ਨੇ ਨਾ ਜੀ, ਉਹ 3 ਨੇ। ਔਰ ਸਭ ਤੋਂ ਪਹਿਲਾਂ ਜੋ ਜਦੋਂ ਵੀ ਅਸੀਂ ਧਰਮ ਦੀ ਦੁਨੀਆ ਵਿੱਚ ਸ਼ੁਰੂਆਤ ਕਰਦੇ ਹਾਂ, ਗਾਉਂਦੇ ਹਾਂ, ਸੁਣਦੇ ਹਾਂ, ਸਭ ਤੋਂ ਪਹਿਲਾਂ ਜਦੋਂ ਅਸੀਂ ਮੰਨਣਾ ਸ਼ੁਰੂ ਕਰਨਾ ਤਾਂ ਸਾਨੂੰ ਜ਼ੋਰ ਲਾ ਕੇ ਮੰਨਣਾ ਪਊਗਾ। ਕਿਉਂਕਿ ਜੋ ਸਾਡੇ ਗੁਰੂ ਨੇ ਮੰਨਣ ਲਈ ਕਿਹਾ ਹੈ, ਮਨ ਹਜੇ ਸ਼ੁਰੂਆਤ ਦੇ ਵਿੱਚ ਰਾਜੀ ਨਹੀਂ ਹੋਣਾ, ਮਨ ਨੇ ਸਹਿਮਤ ਨਹੀਂ ਹੋਣਾ। ਗੁਰੂ ਨੇ ਕਹਿ ਤਾਂ ਦਿੱਤਾ ਵੀ ਅੰਮ੍ਰਿਤ ਵੇਲੇ ਉੱਠ, ਪਰ ਅੰਮ੍ਰਿਤ ਵੇਲਾ ਜਦੋਂ ਹੁੰਦਾ ਹੈ ਮਨ ਰਾਜੀ ਨਹੀਂ ਹੁੰਦਾ ਉੱਠਣ ਨੂੰ। ਜੀ ਕਰਦਾ ਕਿਸੇ ਦਾ? ਨਹੀਂ ਕਰਦਾ। ਗੁਰੂ ਨੇ ਕਿਹਾ ਹੈ ਵੀ ਭਾਈ ਇੰਨੀਆਂ ਬਾਣੀਆਂ ਨਿਤਨੇਮ ਵਿੱਚ ਕਰਨੀਆਂ ਨੇ, ਪਰ ਜਦੋਂ ਪਾਠ ਕਰਨ ਦਾ ਵੇਲਾ ਹੁੰਦਾ ਹੈ, ਪਾਠ ਕਰਨਾ ਹੁੰਦਾ ਹੈ, ਇਹਦਾ ਮਨ ਰਾਜੀ ਨਹੀਂ ਹੁੰਦਾ। ਮਨ ਕਹਿੰਦਾ ਛੱਡ ਪਰਾਂ, ਮਨ ਸਹਿਮਤ ਹੀ ਨਹੀਂ ਹੈ ਨਾ। ਔਰ ਇਹਨਾਂ ਪੌੜੀਆਂ ਦੇ ਵਿੱਚ, ਜਿਵੇਂ ਹੁਣ ਸੁਣਿਆ ਵਾਲੀਆਂ ਪੌੜੀਆਂ ਦੇ ਵਿੱਚ, 4 ਪੌੜੀਆਂ ਦੇ ਵਿੱਚ ਆਖਰੀ 2 ਤੁਕਾਂ ਸੇਮ ਹੀ ਸੀ। ਪੌੜੀਆਂ ਭਾਵੇਂ ਸੁਣਿਆ ਵਾਲੀਆਂ 4 ਨੇ, ਪਰ 4ਾਂ ਦੀਆਂ ਆਖਰੀ 2 ਤੁਕਾਂ ਸੇਮ ਹੀ ਸੀ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਸੇ ਤਰ੍ਹਾਂ ਜਿਹੜੀਆਂ ਮੰਨੇ ਵਾਲੀਆਂ ਪੌੜੀਆਂ ਨੇ ਸਤ ਸੰਗਤ, ਇਹ ਵੀ ਪੌੜੀਆਂ 4 ਨੇ, ਪਰ ਇਹਨਾਂ 4 ਪੌੜੀਆਂ ਦੀਆਂ ਅਖੀਰਲੀਆਂ ਤੁਕਾਂ ਸੇਮ ਨੇ। ਔਰ ਉਹ ਫਿਰ ਇਹਨਾਂ ਪੌੜੀਆਂ ਦਾ ਭਾਵ ਦਰਸਾਉਂਦੇ ਪਿਆ ਨੇ। ਉਹ ਤੁਕਾਂ, ਉਹ ਆਖਰੀ 2 ਤੁਕਾਂ ਜਿਹੜੀਆਂ 4 ਪੌੜੀਆਂ ਦੇ ਵਿੱਚ ਸੇਮ ਨੇ, ਇੱਕੋ ਜਿਹੀਆਂ ਨੇ, ਉਹ ਹੈ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਕਿਉਂਕਿ ਆਪਾਂ ਪਹਿਲਾਂ ਦੇਖੀਏ ਤਾਂ ਸਹੀ ਨਾ ਵੀ ਮੰਨਣਾ ਕੀ ਹੈ, ਕਿਹਨੂੰ ਮੰਨਣ ਦੀ ਗੱਲ ਕੀਤੀ ਜਾ ਰਹੀ ਹੈ। ਵੀ ਜਿਹਨੂੰ ਮਹਾਰਾਜ ਨੇ ਕਿਹਾ ਮੰਨੇ ਕੀ ਗਤ ਕਹੀ ਨਾ ਜਾਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਵੇ ਮੋਖ ਦੁਆਰ। ਇਹ ਵਾਰ-ਵਾਰ ਮੰਨਣ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਪਰ ਕਿਹਨੂੰ ਮੰਨਣਾ ਹੈ। ਤੇ ਫਿਰ ਸਤਿਗੁਰਾਂ ਨੇ ਇਹਨਾਂ 4 ਪੌੜੀਆਂ ਦੇ ਵਿੱਚ ਆਖਰੀ ਜਿਹੜੀਆਂ 2 ਤੁਕਾਂ ਨੇ ਉਹ ਇੱਕੋ ਜਿਹੀਆਂ ਰੱਖੀਆਂ ਨੇ, ਤਾਂ ਕਿ ਇਹ ਭਾਵ ਪੂਰੀ ਮਨੁੱਖਤਾ ਨੂੰ ਸਮਝ ਲੱਗ ਜਾਵੇ ਵੀ ਮੰਨਣਾ ਕੀ ਹੈ। ਸਤਿਗੁਰੂ ਜੀ ਕਹਿੰਦੇ ਐਸਾ ਨਾਮ ਨਿਰੰਜਨ ਹੋਏ। ਨਿਰੰਜਨ ਤੋਂ ਭਾਵ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਹਨੂੰ ਮਾਇਆ ਨਹੀਂ ਪੋਹ ਸਕਦੀ। ਮਾਇਆ ਇਸ ਦੁਨਿਆਵੀ ਜੀਵਾਂ ਨੂੰ ਪੋਹ ਲੈਂਦੀ ਹੈ, ਆਪਣੇ ਵੱਸ ਵਿੱਚ ਕਰ ਲੈਂਦੀ ਹੈ, ਪਰ ਅਕਾਲ ਪੁਰਖ ਨੂੰ ਉਹ ਮਾਇਆ ਪ੍ਰਭਾਵ ਨਹੀਂ ਕਰ ਸਕਦੀ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਇਹ ਮਾਇਆ ਪ੍ਰਭਾਵਿਤ ਨਹੀਂ ਕਰ ਸਕਦੀ। ਮਾਇਆ ਉਹਨਾਂ ਨੂੰ ਅਧੀਨ ਨਹੀਂ ਕਰ ਸਕਦੀ, ਸਗੋਂ ਮਾਇਆ ਉਹਨਾਂ ਦੀ ਚੇਰੀ ਹੈ, ਉਹਨਾਂ ਦੀ ਚੇਲੀ ਹੈ। ਤੋ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਮਾਇਆ ਤੋਂ ਪਰੇ ਹੈ, ਉਹਦਾ ਨਾਮ ਐਸਾ ਹੈ। ਨਾਮ ਦਾ ਅਰਥ ਕਿ ਉਹਦੀ ਹੋਂਦ। ਤੋ ਇੱਥੋਂ ਇਹ ਸਪਸ਼ਟ ਹੋ ਗਿਆ ਵੀ ਮੰਨਣਾ ਕੀ ਹੈ। ਵਾਹਿਗੁਰੂ ਜੀ ਦੀ ਹੋਂਦ ਨੂੰ ਕਬੂਲ ਲਓ, ਮਨ ਪਤੀਚ ਜਾਵੇ। ਇੱਕ ਹੁੰਦਾ ਯਕੀਨ ਕਰਨਾ, ਯਕੀਨ ਕਰਨਾ ਵੀ ਸ਼ਬਦ ਛੋਟਾ ਹੈ, ਵਿਸ਼ਵਾਸ ਕਰਨਾ ਵੀ ਸ਼ਬਦ ਛੋਟਾ ਹੈ। ਜੇ ਸਹੀ ਸ਼ਬਦ ਲਈਏ ਉਹ ਹੈ ਪਤੀਜ ਜਾਣਾ, ਪਤੀਜ ਗਿਆ ਮਨ। ਵਾਹਿਗੁਰੂ ਜੀ ਦੀ ਹੋਂਦ ਦੇ ਵਿੱਚ ਮਨ ਪਤੀਜ ਜਾਣਾ ਚਾਹੀਦਾ ਹੈ। ਔਰ ਜਿਹਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ, ਕਬੂਲ ਲਿਆ। ਕਬੂਲ ਕਰਨਾ ਵੀ ਛੋਟਾ ਸ਼ਬਦ ਹੈ। ਜਿਹੜਾ ਪਤੀਜ ਗਿਆ, ਮਹਾਰਾਜ ਕਹਿੰਦੇ ਨੇ ਫਿਰ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਔਰ ਜੇ ਕਿਸੇ ਦਾ ਮਨ ਪਤੀਜ ਜਾਵੇ ਵਾਹਿਗੁਰੂ ਜੀ ਦੀ ਹੋਂਦ ਵਿੱਚ, ਤੇ ਫਿਰ ਉਹਦੀ ਸੁਰਤ, ਉਹਦੀ ਬੁੱਧੀ ਉੱਚੀ ਹੋ ਜਾਂਦੀ ਆ, ਉਹ ਮੋਖ ਦੁਆਰ ਤੱਕ ਪਹੁੰਚ ਜਾਂਦਾ ਹੈ। ਉਹ ਇਹਨਾਂ ਸਾਰੀਆਂ ਤੁਕਾਂ ਦੇ ਆਪਾਂ ਅੱਖਰੀ ਅਰਥ ਵਿਚਾਰਾਂਗੇ, ਪਰ ਥੋੜ੍ਹੀਆਂ ਜਿਹੀਆਂ ਮੈਂ ਬੇਨਤੀਆਂ ਉਹ ਅੱਖਰੀ ਅਰਥ ਕਰਨ ਤੋਂ ਪਹਿਲਾਂ ਮੈਂ ਕਰਨੀਆਂ ਜ਼ਰੂਰੀ ਸਮਝਦਾ। ਤੋ ਇੰਨੀ ਗੱਲ ਸਮਝ ਲੱਗ ਗਈ ਵੀ ਮੰਨਣਾ ਕੀ ਹੈ। ਮਨ ਕਿਹਦੇ 'ਚ ਪਤੀਜਣਾ ਚਾਹੀਦਾ? ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜਣਾ ਚਾਹੀਦਾ। ਪਰ ਇਹ ਧਿਆਨ ਰੱਖਿਓ
ਕਿ ਜਦੋਂ ਅਸੀਂ ਧਰਮ ਦੀ ਸ਼ੁਰੂਆਤ ਕਰਦੇ ਹਾਂ ਧਾਰਮਿਕ ਤੌਰ 'ਤੇ, ਮੈਂ ਸਰੀਰਕ ਤੌਰ 'ਤੇ ਨਹੀਂ ਕਹਿ ਰਿਹਾ, ਧਾਰਮਿਕ ਤੌਰ 'ਤੇ ਹਜੇ ਅਸੀਂ ਬੱਚੇ ਹਾਂ, ਇਹ ਸਮਝਿਓ ਧਿਆਨ ਨਾਲ। ਕਿਉਂਕਿ ਕਈ ਵਾਰੀ ਬੰਦਾ 60 ਸਾਲ ਦਾ ਹੋ ਜਾਂਦਾ ਹੈ ਪਰ ਧਾਰਮਿਕ ਤੌਰ 'ਤੇ ਹਜੇ ਜਨਮ ਵੀ ਨਹੀਂ ਹੋਇਆ ਹੁੰਦਾ ਕਈਆਂ ਦਾ। ਜਦੋਂ ਧਰਮ ਦੇ ਰਸਤੇ 'ਤੇ ਚੱਲਣਾ ਸ਼ੁਰੂ ਕਰ ਦਿੱਤਾ, ਸਮਝੋ ਧਰਮ ਦੀ ਦੁਨੀਆ 'ਚ ਜਨਮ ਹੋ ਗਿਆ। ਉਹ ਜਨਮ ਭਾਵੇਂ 60 ਸਰੀਰਕ ਤੌਰ 'ਤੇ 60 ਸਾਲ ਦੀ ਉਮਰ 'ਚ ਹੋਵੇ, ਭਾਵੇਂ 40 ਸਾਲ ਦੀ ਉਮਰ 'ਚ ਹੋਵੇ, ਅਤੇ ਭਾਵੇਂ ਬਚਪਨ ਤੋਂ ਹੀ ਹੋ ਜਾਵੇ, ਸਰੀਰਕ ਉਮਰ ਮੈਟਰ ਨਹੀਂ ਕਰਦੀ। ਜਦੋਂ ਅਸੀਂ ਧਰਮ ਦੀ ਦੁਨੀਆ 'ਚ ਪੈਰ ਪਾ ਲਿਆ, ਸਮਝੋ ਧਰਮ ਦੀ ਦੁਨੀਆ ਵਿੱਚ ਜਨਮ ਹੋ ਗਿਆ। ਫਿਰ ਜਿਵੇਂ ਜਿਵੇਂ ਵੱਧਦੇ ਜਾਵਾਂਗੇ ਸਾਡੀ ਗਰੋਥ ਹੁੰਦੀ ਜਾਵੇਗੀ, ਅਸੀਂ ਅਧਿਆਤਮਿਕ ਤੌਰ 'ਤੇ ਵੱਡੇ ਹੁੰਦੇ ਜਾਵਾਂਗੇ। ਤਾਂ ਇਹਨੂੰ ਇੰਝ ਸਮਝਿਓ। ਤਾਂ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਜਿਹੜਾ ਹਜੇ ਧਾਰਮਿਕ ਤੌਰ 'ਤੇ ਜਨਮਿਆ ਹੀ ਆ, ਜਿਹਦਾ ਹਜੇ ਧਾਰਮਿਕ ਦੁਨੀਆ ਦੇ ਵਿੱਚ ਜਨਮ ਹੀ ਹੋਇਆ, ਧਾਰਮਿਕ ਦੁਨੀਆ ਦੇ ਵਿੱਚ ਵਖਰੇਵਿਆਂ ਨੂੰ ਨਾ ਸਮਝ ਲਿਓ। ਧਾਰਮਿਕ ਦੁਨੀਆ ਕੀ ਹੈ ਕਿ ਵਾਹਿਗੁਰੂ ਜੀ ਦੀ ਹੋਂਦ ਨੂੰ ਵਾਲੇ ਪਾਸੇ ਤੁਰ ਪਏ ਅਸੀਂ, ਵਾਹਿਗੁਰੂ ਜੀ ਦੇ ਗੁਣਾਂ ਨੂੰ ਧਾਰਨ ਕਰਨ ਵਾਲੇ ਪਾਸੇ ਤੁਰ ਪਏ ਆ, ਇਹਨੂੰ ਕਹਿੰਦੇ ਧਰਮ ਵਾਲੇ ਪਾਸੇ ਤੁਰ ਪਏ ਆ। ਕੋਈ ਲੜਾਈ ਝਗੜਿਆਂ ਵਾਲੇ ਪਾਸੇ ਤੁਰਨ ਨੂੰ ਧਰਮ ਨਹੀਂ ਕਹਿੰਦੇ, ਯਾਦ ਰੱਖਿਓ। ਵਾਹਿਗੁਰੂ ਜੀ ਦੇ ਗੁਣਾਂ ਨੂੰ ਅਪਣਾਉਣ ਵਾਲੇ ਪਾਸੇ ਤੁਰ ਪਏ ਆ, ਸਮਝੋ ਧਰਮ ਦੀ ਦੁਨੀਆ ਵੱਲ ਤੁਰ ਪਏ ਅਸੀਂ, ਸ਼ੁਰੂਆਤ ਹੋ ਗਈ ਧਰਮ ਦੀ ਵਿੱਚ। ਤਾਂ ਜਿਹੜਾ ਹਜੇ ਧਾਰਮਿਕ ਦੁਨੀਆ ਵਿੱਚ ਜਨਮ ਹੋਇਆ, ਸ਼ੁਰੂਆਤ ਦੇ ਵਿੱਚ ਉਹਦਾ ਮਨ ਸਹਿਮਤ ਨਹੀਂ ਹੋਵੇਗਾ ਵੀ ਰੱਬ ਹੈਗਾ ਕਿ ਨਹੀਂ, ਕਿਉਂਕਿ ਜਿਹਨੂੰ ਵੇਖਿਆ ਹੀ ਨਹੀਂ, ਜਿਹਦਾ ਅਹਿਸਾਸ ਹੀ ਨਹੀਂ ਕੀਤਾ, ਜਿਹਦੀ ਸਮਝ ਹੀ ਨਹੀਂ ਲੱਗੀ ਅਜੇ, ਮਨ ਉਹਦੇ ਨਾਲ ਸਹਿਮਤ ਕਿਵੇਂ ਹੋਵੇਗਾ? ਕਿਉਂਕਿ ਮਨ ਤਾਂ ਲੌਜਿਕ ਭਾਲਦਾ ਹੈ ਜੀ, ਮਨ ਤਾਂ ਰੀਜ਼ਨ ਭਾਲਦਾ, ਮਨ ਸਬੂਤ ਭਾਲਦਾ, ਕਿਉਂਕਿ ਮਨ ਜਿਹੜਾ ਹੈ ਉਹ ਦਲੀਲਾਂ ਭਾਲਦਾ, ਤਰਕ ਭਾਲਦਾ ਹੈ ਨਾ। ਮਨ ਐਵੇਂ ਬਿਨਾਂ ਸਬੂਤਾਂ ਦੇ ਆਧਾਰ 'ਤੇ ਕਿਸੇ ਚੀਜ਼ ਨੂੰ ਮੰਨਦਾ ਹੀ ਨਹੀਂ, ਸਹਿਮਤ ਹੀ ਨਹੀਂ ਹੁੰਦਾ। ਤੋ ਇਸ ਕਰਕੇ ਮਨ ਨੇ ਜਿਹਨੂੰ ਵੇਖਿਆ ਹੀ ਨਹੀਂ ਹਜੇ, ਮਨ ਨੇ ਜਿਹਨੂੰ ਅਹਿਸਾਸ ਹੀ ਨਹੀਂ ਕੀਤਾ ਹਜੇ, ਫਿਰ ਉਹਨੂੰ ਮੰਨ ਵੀ ਕਿਵੇਂ ਲਵੇਗਾ? ਇਸ ਕਰਕੇ ਸ਼ੁਰੂਆਤ ਦੇ ਵਿੱਚ ਸਾਨੂੰ ਮੰਨਣਾ ਪੈਣਾ ਜ਼ੋਰ ਲਾ ਕੇ, ਭਾਵੇਂ ਮਨ ਸਹਿਮਤ ਹੀ ਨਹੀਂ, ਫਿਰ ਵੀ ਜ਼ੋਰ ਲਾ ਕੇ ਮੰਨਣਾ ਪੈਣਾ। ਹੁਣ ਤੁਸੀਂ ਕਹੋ ਵੀ ਐਵੇਂ ਕਿਵੇਂ ਮੰਨ ਲਈਏ? ਇੱਥੇ ਮੈਂ ਇੱਕ ਬੇਨਤੀ ਕਰਾਂ ਸਾਧ ਸੰਗਤ। ਇੱਕ ਬੱਚੇ ਦਾ ਜਨਮ ਹੁੰਦਾ ਮਾਂ ਦੀ ਗਰਭ ਵਿੱਚੋਂ। ਹੁਣ ਬੱਚਾ ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਮਾਂ ਉਹਨੂੰ ਸਭ ਕੁਝ ਸਿਖਾਉਂਦੀ ਹੈ। ਮਾਂ ਦੱਸਦੀ ਹੈ ਵੀ ਪੁੱਤ ਮੈਂ ਤੇਰੀ ਮਾਂ ਹੈ, ਬੋਲ ਮਾਂ। ਫਿਰ ਬੱਚਾ ਉਵੇਂ ਹੀ ਰੀਸ ਕਰਦਾ ਹੈ ਅਤੇ ਬੋਲਦਾ ਹੈ ਮਾਂ। ਮਾਂ ਕਹਿੰਦੀ ਹੈ ਵੀ ਆਹ ਤੇਰਾ ਪਿਓ ਹੈ, ਆਹ ਤੇਰਾ ਪਿਤਾ ਹੈ, ਬੋਲ ਪਾਪਾ। ਫਿਰ ਬੱਚਾ ਰੀਸ ਕਰਦਾ, ਬੋਲਦਾ ਹੈ ਪਾਪਾ। ਮਾਂ ਦੱਸਦੀ ਆ ਇਹ ਤੇਰਾ ਚਾਚਾ ਏ, ਇਹ ਤੇਰਾ ਤਾਇਆ ਏ, ਇਹ ਤੇਰੀ ਭੂਆ ਏ, ਇਹ ਤੇਰੀ ਮਾਸੀ ਏ, ਇਹ ਤੇਰੀ ਤਾਈ ਆ, ਇਹ ਤੇਰੀ ਚਾਚੀ ਆ, ਇਹ ਤੇਰੀ ਦਾਦੀ ਆ, ਆਹ ਤੇਰਾ ਦਾਦਾ ਏ, ਆਹ ਤੇਰੀ ਨਾਨੀ ਆ। ਇਸ ਤਰ੍ਹਾਂ ਮਾਂ ਸਾਰੇ ਰਿਸ਼ਤਿਆਂ ਨਾਲ ਪਹਿਚਾਣ ਕਰਾਉਂਦੀ ਆ ਨਾ ਬੱਚੇ ਨੂੰ। ਹੁਣ ਉੱਥੇ ਬੱਚਾ ਛੋਟਾ ਹੈ, ਉਹਨੂੰ ਅਸਲ ਦੇ ਵਿੱਚ ਪਤਾ ਨਹੀਂ ਵੀ ਇਹ ਸੱਚੀ ਪਿਤਾ ਹੈ ਕਿ ਨਹੀਂ, ਕਿਉਂਕਿ ਉਹਨੇ ਕਿਹੜਾ DNA ਟੈਸਟ ਕਰਵਾ ਕੇ ਵੇਖਿਆ। ਬੱਚਾ ਕਦੀ ਇੰਝ ਥੋੜ੍ਹਾ ਕਹਿੰਦਾ ਕਿ ਮਾਂ ਜੇ ਮੇਰਾ ਇਹ ਪਿਤਾ ਹੈ ਜਾਓ DNA ਰਿਪੋਰਟ ਦਿਖਾਓ, ਸਬੂਤ ਦਿਓ ਵੀ ਇਹ ਮੇਰਾ ਪਿਤਾ। ਕਦੀ ਬੱਚੇ ਨੇ ਕਿਹਾ? ਬੱਚਾ ਕੋਈ ਸਬੂਤ ਨਹੀਂ ਮੰਗਦਾ। ਉਹ ਜਿਹਨੂੰ ਮਾਂ ਨੇ ਪਿਤਾ ਕਹਿ ਦਿੱਤਾ, ਬੱਚਾ ਉਹਨੂੰ ਪਿਤਾ ਮੰਨ ਲੈਂਦਾ ਹੈ। ਕਿਉਂ ਮੰਨ ਲੈਂਦਾ? ਕਿਉਂਕਿ ਮਾਂ ਨੇ ਕਿਹਾ ਹੈ, ਬਸ ਹੋਰ ਕੋਈ ਰੀਜ਼ਨ ਨਹੀਂ ਚਾਹੀਦਾ ਉਹਨੂੰ। ਮਾਂ ਨੇ ਕਿਹਾ ਇਹ ਪਿਤਾ ਹੈ ਤੇ ਬਸ ਇਹ ਪਿਤਾ ਹੈ। ਮਾਂ ਨੇ ਕਿਹਾ ਵੀ ਇਹ ਤੇਰਾ ਚਾਚਾ ਹੈ ਤੇ ਬਸ ਚਾਚਾ ਹੈ। ਮਾਂ ਨੇ ਕਹਿ ਦਿੱਤਾ ਇਹ ਤੇਰਾ ਮਾਮਾ ਹੈ ਤੇ ਬਸ ਮਾਮਾ ਹੈ। ਕਿਸੇ ਰਿਪੋਰਟ ਦੀ ਲੋੜ ਨਹੀਂ, ਕਿਸੇ ਸਬੂਤ ਦੀ ਲੋੜ ਨਹੀਂ। ਆਪਾਂ ਬਚਪਨ ਦੇ ਵਿੱਚ ਸਕੂਲ ਪੜ੍ਹਦੇ ਹਾਂ ਅਤੇ ਬਚਪਨ ਦੇ ਵਿੱਚ ਟੀਚਰ ਸਿਖਾਉਂਦਾ ਹੈ A ਫॉर ਐਪਲ, ਅਤੇ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਸਿਖਾਇਆ ਜਾਂਦਾ O ਫॉर ਔਕਸ। ਹੁਣ ਬੱਚੇ ਨੇ ਕਲਾਸ ਦੇ ਵਿੱਚ ਬੈਠੇ ਨੇ, ਉਹ ਔਕਸ ਹਜੇ ਵੇਖਿਆ ਵੀ ਨਹੀਂ ਹੁੰਦਾ। ਕਈ ਵਾਰੀ ਤੁਸੀਂ ਦੇਖੋ ਵੀ ਤੁਹਾਨੂੰ ਯਾਦ ਹੋਵੇਗਾ ਵੀ ਬਚਪਨ ਦੇ ਵਿੱਚ ਜਦੋਂ ਅਸੀਂ ਕੈਤਾ ਪੜ੍ਹਦੇ ਹਾਂ ਅਤੇ O ਫॉर ਔਕਸ ਲਿਖਿਆ ਹੁੰਦਾ ਹੈ, ਅਤੇ ਔਕਸ ਜਿਹੜਾ ਉਹ ਸਾਣ ਜਿਹਾ ਬਣਿਆ ਹੁੰਦਾ, ਉਹ ਜੱਤ ਜੀ ਵਾਲਾ ਸਾਣ ਜਿਹਾ ਬਣਿਆ ਹੁੰਦਾ ਨਾ ਫੋਟੋ ਦੇ ਵਿੱਚ। ਜਿਨ੍ਹਾਂ ਨੇ ਉਹ ਛੋਟੇ ਹੁੰਦਿਆਂ ਕੈਤੇ ਪੜ੍ਹੇ ਆ ਸ਼ਾਇਦ ਸਮਝ ਲੱਗ ਜਾਵੇ ਉਦਾਹਰਨ, ਨਹੀਂ ਤੇ ਮਾਂ ਅਤੇ ਬੱਚੇ ਵਾਲੀ ਤਾਂ ਸਮਝ ਲੱਗ ਹੀ ਗਈ ਹੋਣੀ ਆ। ਉਹ ਅਤੇ ਔਕਸ, O ਫॉर ਔਕਸ, ਉਹ ਜਿਹੜਾ ਔਕਸ ਕਿਤਾਬ 'ਤੇ ਛਪਿਆ ਹੁੰਦਾ ਉਹ ਜੱਤ ਜੀ ਵਾਲਾ ਛਪਿਆ ਹੁੰਦਾ ਹੈ। ਅਤੇ ਤੁਸੀਂ ਦੇਖੋ ਵੀ ਉਹ ਜੱਤ ਜੀ ਵਾਲਾ ਔਕਸ, ਮੈਂ ਸੋਚਦਾ ਹੁੰਦਾ ਵੀ ਮੈਂ ਤਾਂ ਅੱਜ ਤੱਕ ਨਹੀਂ ਦੇਖਿਆ। ਗਲੀਆਂ ਦੇ ਵਿੱਚ ਤੁਰੇ ਫਿਰੇ ਸਾਣ ਤਾਂ ਵੇਖੇ ਨੇ, ਜਿਹੜੇ ਸਾਡੇ ਤੁਰੇ ਫਿਰਦੇ ਨੇ ਗਾਵਾਂ, ਸਾਣ ਤਾਂ ਤੁਰੇ ਵੇਖੇ ਨੇ, ਪਰ ਜਿਹੜੀ ਜੱਤ ਜੀ ਵਾਲਾ ਉਹ ਔਕਸ ਕਿਤਾਬ ਦੇ ਵਿੱਚ ਬਣਿਆ ਸੀ, ਉਹ ਤਾਂ ਮੈਂ ਅੱਜ ਤੱਕ ਨਹੀਂ ਵੇਖਿਆ। ਕਿੰਨੀ ਉਮਰ ਹੋ ਗਈ ਅੱਜ ਤਾਂ, 26-27 ਸਾਲ ਦੇ ਹੋ ਗਏ ਅੱਜ, ਅਤੇ ਅੱਜ ਤੱਕ ਉਹ ਜੱਤ ਜੀ ਵਾਲਾ ਆਪਾਂ ਸਾਣ ਨਹੀਂ ਵੇਖਿਆ। ਪਰ ਫਿਰ ਵੀ ਉਦੋਂ ਬਚਪਨ ਦੇ ਵਿੱਚ ਮੰਨ ਲੈਂਦੇ ਹਾਂ ਵੀ ਆਹ ਜਿਹੜਾ ਹੈ ਨਾ ਇਹ ਔਕਸੀ ਆ, O ਫॉर ਔਕਸੀ ਆ। ਕਿਉਂ ਮੰਨ ਲਿਆ ਵੀ ਇਹ ਔਕਸੀ ਆ? ਕਿਉਂਕਿ ਟੀਚਰ ਨੇ ਕਿਹਾ ਵੀ ਇਹ ਔਕਸ ਹੈ। ਟੀਚਰ ਨੇ ਕਹਿ ਦਿੱਤਾ ਇਹ ਔਕਸ ਆ ਅਤੇ ਫਿਰ ਔਕਸੀ ਹੈ। ਟੀਚਰ ਨੇ ਕਹਿ ਦਿੱਤਾ ਇਹ ਐਪਲ ਹੈ ਅਤੇ ਫਿਰ ਇਹ ਐਪਲ ਹੀ ਹੈ।
ਟੀਚਰ ਨੇ ਕਹਿ ਦਿੱਤਾ ਇਹ ਬੀ ਫॉर ਬॉल ਆ, ਤੇ ਫਿਰ ਇਹ ਬॉल ਹੀ ਹੈ। ਹੁਣ ਟੀਚਰ ਨੇ ਦਿੱਤਾ ਨਾ, ਟੀਚਰ ਨੇ ਸਿਖਾਇਆ ਨਾ, ਉਹ ਪਹਿਚਾਣ ਟੀਚਰ ਨੇ ਕਰਾਈ। ਤੇ ਉੱਥੇ ਅਸੀਂ ਉਦੋਂ ਬੱਚਾ ਸਬੂਤ ਨਹੀਂ ਭਾਲਦਾ। ਉਦੋਂ ਬੱਚਾ ਕਹਿੰਦਾ ਵੀ ਜਾਓ ਇਹ ਜੱਤ ਜੀ ਵਾਲਾ ਔਕਸ ਲੈ ਕੇ ਆਓ, ਫਿਰ ਮੈਂ ਮੰਨਾਂਗਾ ਉਹ ਫॉर ਔਕਸ ਹੈ। ਨਹੀਂ, ਉਦੋਂ ਮੰਨ ਲੈਂਦਾ ਹੈ। ਕਿਉਂ ਮੰਨ ਲੈਂਦਾ? ਕਿਉਂਕਿ ਟੀਚਰ ਨੇ ਕਿਹਾ ਹੈ। ਕਿਉਂਕਿ ਹਜੇ ਉਹ ਛੋਟੀ ਉਮਰ ਦੇ ਵਿੱਚ ਉਹਨੂੰ ਉਹਨਾਂ ਚੀਜ਼ਾਂ ਦਾ ਅਹਿਸਾਸ ਨਹੀਂ ਹੋਣਾ ਨਾ, ਉਹਨਾਂ ਚੀਜ਼ਾਂ ਦੇ ਸਬੂਤ ਸਮਝ ਨਹੀਂ ਲੱਗਣੇ ਨਾ। ਇਸ ਕਰਕੇ ਜੋ ਟੀਚਰ ਨੇ ਕਿਹਾ ਉਹ ਮੰਨ ਲੈਂਦਾ ਹੈ। ਇਸੇ ਤਰ੍ਹਾਂ ਜਦੋਂ ਧਰਮ ਦੀ ਦੁਨੀਆ ਦੇ ਵਿੱਚ ਅਸੀਂ ਹਜੇ ਬੱਚੇ ਹੁੰਦੇ ਹਾਂ, ਉਦੋਂ ਭਾਵੇਂ ਹਜੇ ਵਾਹਿਗੁਰੂ ਜੀ ਦੀ ਹੋਂਦ ਦਾ ਅਹਿਸਾਸ ਨਹੀਂ ਹੋਇਆ, ਉਹਦੀ ਸਮਝ ਨਹੀਂ ਲੱਗੀ, ਪਰ ਫਿਰ ਵੀ ਵਾਹਿਗੁਰੂ ਜੀ ਦੀ ਹੋਂਦ ਨੂੰ ਮੰਨ ਲਓ। ਕਿਉਂ ਮੰਨਣਾ? ਕਿਉਂਕਿ ਮੇਰੇ ਗੁਰੂ ਨੇ ਕਿਹਾ ਹੈ। ਬਸ ਜਿਵੇਂ ਮਾਂ ਨੇ ਕਹਿ ਦਿੱਤਾ ਇਹ ਤੇਰਾ ਪਿਤਾ ਹੈ, ਤੇ ਬਸ ਪਿਤਾ ਹੈ। ਟੀਚਰ ਨੇ ਕਹਿ ਦਿੱਤਾ ਇਹ ਓ ਫॉर ਔਕਸ ਆ, ਤੇ ਫਿਰ ਔਕਸ ਹੀ ਆ। ਗੁਰੂ ਨੇ ਕਹਿ ਦਿੱਤਾ ਵਾਹਿਗੁਰੂ ਜੀ ਹੈ, ਤੇ ਮਨਾ ਕਹਿ ਦੇ ਵਾਹਿਗੁਰੂ ਜੀ ਹੈ। ਕੋਈ ਤਰਕ ਨਾ ਕਰ, ਕੋਈ ਹੁਜਤ ਨਾ ਕਰ, ਕਿਉਂਕਿ ਗੁਰੂ ਨੇ ਉਹਦਾ ਅਹਿਸਾਸ ਕੀਤਾ। ਗੁਰੂ ਕੋਈ ਭੁਲੱਕੜ ਨਹੀਂ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਮੇਰਾ ਗੁਰੂ ਕਰਤਾਰ ਅਭੁੱਲ ਹੈ, ਉਹ ਭੁੱਲ ਨਹੀਂ ਕਰਦਾ, ਉਹ ਵਹਿਮ ਨਹੀਂ ਕਰਦਾ, ਉਹ ਐਵੇਂ ਇਮੈਜੀਨੇਸ਼ਨ ਦੇ ਨਾਲ ਕੁਝ ਨਹੀਂ ਦੱਸਦਾ। ਉਹਨੇ ਅਹਿਸਾਸ ਕੀਤਾ, ਉਹਨੇ ਪ੍ਰਤੱਖ ਦੇਖਿਆ। ਮਿਲਿਆ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਵਾਹਿਗੁਰੂ ਜੀ ਨੇ, ਵਾਹਿਗੁਰੂ ਜੀ ਉਹ ਮੇਰੇ ਸਤਿਗੁਰੂ ਜੀ ਤਾਂ ਆਪ ਵਾਹਿਗੁਰੂ ਜੀ 'ਚ ਅਭੇਦ ਨੇ ਨਾ, ਉਹ ਤਾਂ ਵਾਹਿਗੁਰੂ ਜੀ ਦਾ ਰੂਪ ਨੇ। ਇਸ ਕਰਕੇ ਜੇ ਸਾਡੇ ਸਤਿਗੁਰੂ ਜੀ ਨੇ ਕਹਿ ਦਿੱਤਾ ਵਾਹਿਗੁਰੂ ਹੈ, ਤੇ ਮਨਾ ਮੰਨ ਲੈ ਵਾਹਿਗੁਰੂ ਹੈ। ਕਿਉਂਕਿ ਸ਼ੁਰੂਆਤ ਦੇ ਵਿੱਚ ਤੇਰਾ ਮਨ ਸਹਿਮਤ ਨਹੀਂ ਹੋਵੇਗਾ, ਪਰ ਤੈਨੂੰ ਜ਼ੋਰ ਲਾ ਕੇ ਮੰਨਣਾ ਪੈਣਾ ਹੈ। ਕਾਰਨ ਕਿ ਬਸ ਤੇਰੇ ਗੁਰੂ ਨੇ ਕਿਹਾ ਹੈ। ਜੇ ਗੁਰੂ ਨੇ ਕਿਹਾ ਹੈ ਤੇ ਵਾਹਿਗੁਰੂ ਹੈ। ਸ਼ੁਰੂਆਤ ਦੇ ਵਿੱਚ ਸਾਨੂੰ ਇਸ ਤਰ੍ਹਾਂ ਹੀ ਮੰਨਣਾ ਪੈਣਾ। ਔਰ ਜਦੋਂ ਅਸੀਂ ਜ਼ੋਰ ਲਾ ਕੇ ਮੰਨੀ ਜਾਵਾਂਗੇ, ਮੰਨੀ ਜਾਵਾਂਗੇ, ਮੰਨੀ ਜਾਵਾਂਗੇ, ਫਿਰ ਹੌਲੀ 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 ਮਨ ਨੂੰ ਆਪੇ ਅਹਿਸਾਸ ਹੋ ਜਾਂਦਾ ਹੈ ਕਿ ਵਾਹਿਗੁਰੂ ਹੈ। ਫਿਰ ਇੱਕ ਸਟੇਜ, ਅਗਲੀ ਦੂਜੀ ਸਟੇਜ ਇਹ ਆਉਂਦੀ ਆ ਵੀ ਜਦੋਂ ਪਹਿਲੀ ਸਟੇਜ 'ਚੋਂ ਲੰਘ ਜਾਵੇ, ਫਿਰ ਉਸ ਰਸਤੇ 'ਤੇ ਤੁਰਦਿਆਂ ਤੁਰਦਿਆਂ ਉਹਨੂੰ ਸੱਚੀ ਅਹਿਸਾਸ ਹੋ ਜਾਂਦਾ ਹੈ। ਹੁਣ ਉਹਨੂੰ ਜ਼ੋਰ ਲਾ ਕੇ ਨਹੀਂ ਮੰਨਣਾ ਪੈਂਦਾ ਵੀ ਵਾਹਿਗੁਰੂ ਹੈ। ਉਹਦਾ ਮਨ ਵੀ ਰਾਜੀ ਹੋ ਜਾਂਦਾ, ਮਨ ਵੀ ਸਹਿਮਤ ਹੋ ਜਾਂਦਾ, ਮਨ ਨੂੰ ਵੀ ਸਮਝ ਲੱਗ ਜਾਂਦੀ ਵੀ ਹਾਂ ਬਈ ਸੱਚੀ ਗੱਲ ਆ, ਵਾਹਿਗੁਰੂ ਤਾਂ ਹੈ, ਵਾਹਿਗੁਰੂ ਜੀ ਤਾਂ ਹੈ। ਉਹਦੇ ਮਨ ਨੂੰ ਵੀ ਅਹਿਸਾਸ ਹੋ ਜਾਂਦਾ। ਇਹ ਅਗਲੀ ਸਟੇਜ ਆ। ਹੁਣ ਤੁਸੀਂ ਦੇਖੋ ਨਾ, ਟੀਚਰ ਨੇ ਕਿਹਾ ਵੀ ਇਹ ਬੀ ਫॉर ਬਾਲ ਆ, ਅਤੇ ਜਦੋਂ ਬੱਚਾ ਫਿਰ ਘਰ ਨੂੰ ਜਾਂਦਾ ਜਾਂ ਬਾਹਰ ਇੱਧਰ ਉੱਧਰ ਖੇਡਦਾ, ਫਿਰ ਉਹ ਇੱਧਰ ਉੱਧਰ ਵੇਖਦਾ ਵੀ ਟੀਚਰ ਨੇ ਕਿਹਾ ਸੀ ਨਾ ਬੀ ਫॉर ਬਾਲ, ਹੋਵੇ ਸਾਹਮਣੇ ਬਾਲ ਪਈ, ਵੇਖਦਾ ਹੈ ਨਾ। ਫਿਰ ਉਵੇਂ ਦੀਆਂ ਉਹ ਚੀਜ਼ਾਂ ਲੱਭਦਾ ਹੈ, ਅਤੇ ਜਿਵੇਂ ਜਿਵੇਂ ਦਿਖਦੀਆਂ ਉਹਦਾ ਮਨ ਵੀ ਰਾਜੀ ਹੁੰਦਾ ਜਾਂਦਾ। ਹਾਂ ਬਈ ਹੈ, ਵੀ ਸੱਚੀ ਗੱਲ ਆ, ਵੀ ਆਹ ਬੀ ਫॉर ਬਾਲ ਆ। ਫਿਰ ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਉਹਨੂੰ ਇੱਕ ਬੱਚੇ ਨੂੰ ਅਹਿਸਾਸ ਹੁੰਦਾ ਜਾਂਦਾ ਵੀ ਮਾਂ ਨੇ ਕਿਹਾ ਸੀ ਨਾ ਇਹ ਪਿਤਾ ਹੈ, ਸੱਚੀ ਪਿਤਾ ਹੀ ਆ ਮੇਰਾ ਇਹ। ਹੁਣ ਹੌਲੀ ਹੌਲੀ ਫਿਰ ਉਹਨੂੰ ਅਹਿਸਾਸ ਵੀ ਹੁੰਦਾ ਜਾਂਦਾ ਹੈ। ਇਸੇ ਪ੍ਰਕਾਰ ਸਤ ਸੰਗਤ ਸ਼ੁਰੂ ਦੇ ਵਿੱਚ ਇਸ ਕਰਕੇ ਮੰਨਿਆ ਕਿਉਂਕਿ ਗੁਰੂ ਨੇ ਕਿਹਾ। ਜੇ ਗੁਰੂ ਨੇ ਕਿਹਾ ਵਾਹਿਗੁਰੂ ਹੈ ਤਾਂ ਹੈ। ਔਰ ਮੰਨਦਿਆਂ 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 ਫਿਰ ਮਨ ਵੀ ਰਾਜੀ ਹੋ ਜਾਂਦਾ ਹੈ, ਮਨ ਵੀ ਸਹਿਮਤ ਹੋ ਜਾਂਦਾ ਹੈ। ਅੰਦਰੋਂ ਇਹ ਅਹਿਸਾਸ ਹੋ ਜਾਂਦਾ ਹੈ ਵੀ ਹਾਂ ਬਈ ਸੱਚੀ ਦੇ ਵਿੱਚ ਵਾਹਿਗੁਰੂ ਤਾਂ ਹੈ। ਇਹ ਦੂਜੀ ਸਟੇਜ ਆ ਵੀ ਜਦੋਂ ਮਨ ਵੀ ਰਾਜੀ ਹੋ ਜਾਵੇ। ਔਰ ਫਿਰ ਤੀਜੀ ਸਟੇਜ ਇਹ ਹੈ ਕਿ ਜਿਹਦੇ ਨਾਲ ਮਨ ਰਾਜੀ ਹੋ ਗਿਆ, ਜਿਹਨੂੰ ਮਨ ਮੰਨਦਾ ਪਿਆ ਹੈ, ਜਿਹਦੇ ਵਿੱਚ ਮਨ ਪਤੀਜ ਗਿਆ, ਫਿਰ ਉਹ ਮਨੁੱਖ ਉਹਦਾ ਹੀ ਰੂਪ ਹੋ ਜਾਂਦਾ। ਜਿਹਨੂੰ ਮੰਨਦਾ ਪਿਆ ਉਹਦਾ ਹੀ ਰੂਪ ਹੋ ਜਾਂਦਾ। ਵਾਹਿਗੁਰੂ ਜੀ ਦੇ ਵਿੱਚ ਮਨ ਪਤੀਜਿਆ ਪਿਆ ਹੈ ਨਾ, ਫਿਰ ਉਹ ਵਾਹਿਗੁਰੂ ਜੀ ਦਾ ਹੀ ਰੂਪ ਹੋ ਜਾਂਦਾ ਹੈ। ਉਹ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਇਹ ਤੀਜੀ ਸਟੇਜ। ਇਹ ਸੁਣਿਓ ਧਿਆਨ ਨਾਲ। ਪਹਿਲੀ ਸਟੇਜ ਕਿ ਵਾਹਿਗੁਰੂ ਜੀ ਦੀ ਹੋਂਦ ਨੂੰ ਮੰਨਣਾ ਹੈ ਪਹਿਲਾਂ ਜ਼ੋਰ ਲਾ ਕੇ, ਕਿਉਂਕਿ ਮਨ ਰਾਜੀ ਨਹੀਂ ਆ ਹਜੇ। ਦੂਜੀ ਸਟੇਜ ਫਿਰ ਜਿਵੇਂ ਜਿਵੇਂ ਮੰਨਦੇ ਜਾਵਾਂਗੇ, ਮਨ ਨੇ ਵੀ ਰਾਜੀ ਹੋ ਜਾਣਾ ਹੈ, ਮਨ ਨੇ ਵੀ ਸਹਿਮਤ ਹੋ ਜਾਣਾ ਹੈ। ਔਰ ਤੀਜੀ ਸਟੇਜ ਕਿ ਜਿਹਦੇ ਨਾਲ ਮਨ ਸਹਿਮਤ ਹੋ ਗਿਆ ਹੈ, ਜਿਹਨੂੰ ਮੰਨ ਲਿਆ ਹੈ, ਫਿਰ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ, ਉਹਦੇ ਗੁਣਾਂ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ। ਇਹ ਤੀਜੀ ਸਟੇਜ ਹੈ। ਤੋ ਇਹ ਜਿਹੜੇ ਮੰਨੇ ਵਾਲੀਆਂ ਪੌੜੀਆਂ ਦੇ ਭਾਵ ਨੇ, ਅਸੀਂ ਇਹ 2 ਐਪੀਸੋਡ ਦੇ ਵਿੱਚ ਮਿਲ ਕੇ ਇਹਨਾਂ ਦੀ ਵਿਚਾਰ ਕੀਤੀ ਆ। ਆਓ ਹੁਣ ਇਹਨਾਂ ਪੌੜੀਆਂ ਦੇ ਅੱਖਰੀ ਅਰਥ ਵਿਚਾਰਦੇ ਹਾਂ। ਸਤਿਗੁਰੂ ਜੀ ਰਹਿਮਤ ਕਰਨ, ਆਪ ਹੀ ਵਿੱਚ ਵਰਤ ਕੇ ਇਹਨਾਂ ਤੁਕਾਂ ਦੇ ਅਰਥ ਕਰਾ ਲੈਣ। ਆਓ ਅਰਥ ਆਰੰਭ ਕਰਨ ਤੋਂ ਪਹਿਲਾਂ ਆਪਾਂ ਸਤਿਗੁਰਾਂ ਦੇ ਉਸ ਪਾਵਨ ਨਾਮ ਦੇ ਵਿੱਚ ਹਾਜ਼ਰੀ ਭਰੀਏ ਜੀ, ਔਰ ਰਸਨਾ ਤੋਂ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਨੇ ਕੀ ਗਾਤ ਕਹੀ ਨਾ ਜਾਏ। 12ਵੀਂ ਪੌੜੀ ਦੀ ਪਹਿਲੀ ਤੁਕ।
ਗੁਰੂ ਨਾਨਕ ਸਾਹਿਬ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਗਤ ਦਾ ਅਰਥ ਹੈ ਮਹਿਮਾ। ਜਿਨਨੇ ਵਾਹਿਗੁਰੂ ਜੀ ਦੀ ਹੋਂਦ ਨੂੰ ਮੰਨ ਲਿਆ ਹੈ, ਜਿਹਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ ਹੈ, ਫਿਰ ਉਹਦੀ ਮਹਿਮਾ ਜਿਹੜੀ ਆ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਸ਼ਬਦ ਮੁੱਕ ਜਾਣਗੇ, ਸਾਡੇ ਕੋਲ ਦਲੀਲਾਂ ਮੁੱਕ ਜਾਣਗੀਆਂ, ਪਰ ਉਸ ਮਹਾਨ ਸ਼ਖਸੀਅਤ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਜੇ ਕੋ ਕਹੈ ਪਿਛੈ ਪਛਤਾਏ। ਔਰ ਜੇ ਕੋਈ ਉਹਦੀ ਮਹਿਮਾ ਕਹਿਣ ਦਾ ਯਤਨ ਵੀ ਕਰੇ, ਉਹਦੀ ਤਾਰੀਫ ਕਰਨ ਦੀ ਕੋਸ਼ਿਸ਼ ਵੀ ਕਰੇ, ਜਿਹਨੇ ਵਾਹਿਗੁਰੂ ਜੀ ਨੂੰ ਮੰਨ ਲਿਆ ਹੈ ਨਾ, ਉਸ ਮਹਾਨ ਸ਼ਖਸੀਅਤ ਦੀ ਜੇ ਅਸੀਂ ਤਾਰੀਫ ਕਰਨ ਦੀ, ਉਹਦੀ ਮਹਿਮਾ ਬਿਆਨ ਕਰਨ ਦੀ ਕੋਸ਼ਿਸ਼ ਵੀ ਕਰੀਏ, ਕੋਸ਼ਿਸ਼ ਕਰਨ ਤੋਂ ਬਾਅਦ ਬਸ ਪਛਤਾਵਾਂਗੇ ਹੀ। ਪਛਤਾਵਾਂਗੇ ਇਸ ਕਰਕੇ ਵੀ ਉਹਦੀ ਤਾਰੀਫ ਕਰਨੀ ਤਾਂ ਚਾਹੀ, ਪਰ ਯਾਰ ਤਸੱਲੀ ਜੀ ਨਹੀਂ ਹੋਈ, ਉਹ ਤਾਂ ਇਸ ਤੋਂ ਵੀ ਅੱਗੇ ਆ, ਉਹ ਤਾਂ ਇਸ ਤੋਂ ਵੀ ਵੱਡਾ ਜਾ, ਉਹ ਤਾਂ ਇਹਦੇ ਤੋਂ ਵੀ ਮਹਾਨ ਆ, ਮੈਂ ਕਹਿ ਹੀ ਨਹੀਂ ਸਕਿਆ ਉਹਨੂੰ। ਮੈਂ ਜਿੰਨੀ ਤਾਰੀਫ ਕਰਨੀ ਚਾਹੁੰਦਾ ਉਹਦੀ ਤਾਰੀਫ ਤਾਂ ਇਸ ਤੋਂ ਵੀ ਵੱਧ ਕੇ ਆ, ਮੇਰੇ ਕੋਲ ਸ਼ਬਦ ਹੀ ਮੁੱਕ ਜਾਂਦੇ ਆ। ਤਸੱਲੀ ਜੀ ਨਹੀਂ ਹੋਈ, ਬੰਦਾ ਪਛਤਾਉਂਦਾ ਨਾ, ਯਾਰ ਚੰਗੀ ਤਰ੍ਹਾਂ ਉਹਦੀ ਮਹਿਮਾ ਕਹਿ ਨਹੀਂ ਸਕੇ, ਉਹ ਤਾਂ ਇਸ ਤੋਂ ਵੀ ਵੱਡਾ ਹੈ। ਬੰਦਾ ਫਿਰ ਪਛਤਾਉਂਦਾ ਹੈ, ਕਿਉਂ? ਕਿਉਂਕਿ ਉਹਦੀ ਮਹਿਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਕਾਗਦ ਕਲਮ ਨਾ ਲਿਖਣ ਹਾਰ। ਜੇ ਕੋਈ ਕਲਮ ਦੇ ਨਾਲ ਕਾਗਜ਼ ਦੇ ਉੱਤੇ ਉਹਦੀ ਮਹਿਮਾ ਲਿਖਣ ਦਾ ਯਤਨ ਵੀ ਕਰੇ, ਕਿਉਂਕਿ ਹੁਣ ਕੋਈ ਕਵੇ ਵੀ ਚਲੋ ਬੋਲਿਆ ਨਹੀਂ ਜਾ ਸਕਦਾ, ਉਹਦੀ ਮਹਿਮਾ ਬਾਰੇ ਲਿਖ ਤਾਂ ਦਿੰਦੇ ਆ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਲਿਖਿਆ ਵੀ ਨਹੀਂ ਜਾ ਸਕਦਾ। ਤੁਸੀਂ ਕਲਮ ਦੇ ਨਾਲ ਕਾਗਜ਼ 'ਤੇ ਲਿਖਣਾ ਸ਼ੁਰੂ ਕਰ ਦੇਵੋ, ਉਹਦੀ ਮਹਿਮਾ ਤਾਂ ਵੀ ਪੂਰੀ ਨਹੀਂ ਹੋਣੀ, ਉਹਦੀ ਮਹਿਮਾ ਇਸ ਤੋਂ ਵੀ ਉੱਚੀ ਹੈ। ਮੰਨੇ ਕਾ ਬਹਿ ਕਰਨ ਵਿਚਾਰ। ਬੜੇ ਸੱਜਣ ਫਿਰ ਉਸ ਮਹਾਨ ਸ਼ਖਸੀਅਤ ਦੀਆਂ ਬਹਿ ਬਹਿ ਕੇ ਗੱਲਾਂ ਕਰਦੇ ਨੇ। ਜਿਸ ਮਹਾਨ ਸ਼ਖਸੀਅਤ ਦਾ ਮਨ ਵਾਹਿਗੁਰੂ ਜੀ ਦੇ ਵਿੱਚ ਪਤੀਜ ਗਿਆ, ਵਾਹਿਗੁਰੂ ਜੀ ਦੀ ਹੋਂਦ ਨੂੰ ਮੰਨ ਲਿਆ ਜਿਸ ਮਹਾਨ ਸ਼ਖਸੀਅਤ ਨੇ, ਫਿਰ ਉਹਦੀਆਂ ਬਹਿ ਬਹਿ ਕੇ ਗੱਲਾਂ ਹੁੰਦੀਆਂ ਨੇ, ਵਿਚਾਰਾਂ ਹੁੰਦੀਆਂ ਨੇ, ਪਰ ਵਿਚਾਰਾਂ ਦੀ ਪਕੜ ਵਿੱਚ ਉਹ ਆ ਨਹੀਂ ਸਕਦਾ। ਤੁਸੀਂ ਦੇਖੋ ਅੱਜ ਬਹਿ ਬਹਿ ਕੇ ਅਸੀਂ ਭਾਈ ਤਾਰੂ ਸਿੰਘ ਵਰਗਿਆਂ ਦੀਆਂ ਗੱਲਾਂ ਕਰਦੇ ਹਾਂ, ਗੁਰੂ ਅਰਜਨ ਸਾਹਿਬ ਵਰਗਿਆਂ ਮਹਾਨ ਸ਼ਖਸੀਅਤਾਂ ਦੀਆਂ ਗੱਲਾਂ ਕਰਦੇ ਹਾਂ, ਭਗਤ ਨਾਮਦੇਵ ਜੀ ਦੀਆਂ ਬਾਤਾਂ ਪੈਂਦੀਆਂ ਨੇ, ਭਗਤ ਰਵਿਦਾਸ ਜੀ ਦੀਆਂ ਬਾਤਾਂ ਪੈਂਦੀਆਂ ਨੇ, ਪਰ ਉਹਨਾਂ ਦੀ ਮਹਿਮਾ ਫਿਰ ਵੀ ਬਿਆਨ ਨਹੀਂ ਹੁੰਦੀ। ਤੋਂ ਬਹਿ ਬਹਿ ਕੇ ਉਹਨਾਂ ਦੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਹਨ। ਐਸਾ ਨਾਮ ਨਿਰੰਜਨ ਹੋਏ। ਦੇਖੋ ਇਹ ਐਸਾ ਮਹਾਨ ਨਾਮ ਹੈ ਵਾਹਿਗੁਰੂ ਜੀ ਦਾ। ਉਸ ਮਾਇਆ ਤੋਂ ਪਰੇ ਜੋ ਵਾਹਿਗੁਰੂ ਜੀ ਹੈ, ਉਹਦੀ ਐਸੀ ਮਹਿਮਾ ਹੈ, ਕਿਉਂਕਿ ਉਸ ਨਾਮ ਦੇ ਵਿੱਚ ਜਿਹਦਾ ਮਨ ਪਤੀਜ ਜਾਵੇ, ਜੋ ਉਹ ਏਡਾ ਵੱਡਾ ਹੋ ਜਾਂਦਾ ਹੈ, ਫਿਰ ਉਹ ਨਾਮ ਕਿੱਡਾ ਕੁ ਵੱਡਾ ਹੋਵੇਗਾ। ਜਿਹਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ, ਜੇ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਫਿਰ ਉਹ ਵਾਹਿਗੁਰੂ ਜੀ ਦੀ ਹੋਂਦ ਕਿੰਨੀ ਕੁ ਮਹਾਨ ਹੋਵੇਗੀ, ਉਹ ਕਿੱਡੀ ਕੁ ਵੱਡੀ ਹੋਵੇਗੀ। ਐਸਾ ਨਾਮ ਨਿਰੰਜਨ ਹੋਏ। ਤੇ ਮਹਾਰਾਜ ਕਹਿੰਦੇ ਜੇ ਕੋ ਮਨ ਜਾਣੈ ਮਨ ਕੋਇ। ਪਰ ਉਹਦੀ ਮਹਿਮਾ ਤਾਂ ਹੀ ਸਮਝ ਲੱਗੇਗੀ ਜੇ ਉਹਨੂੰ ਮੰਨਾਂਗੇ, ਉਹਨੂੰ ਮੰਨਣ ਵਾਲੇ ਪਾਸੇ ਤੁਰਾਂਗੇ, ਫੇਰ ਹੀ ਉਹਦੀ ਮਹਿਮਾ ਦੀ ਕਦਰ ਜਾਣਾਂਗੇ, ਉਹਦੀ ਮਹਿਮਾ ਦਾ ਅਹਿਸਾਸ ਹੋਵੇਗਾ। ਉਸ ਰਸਤੇ ਤੋਂ ਤੁਰੇ ਤੋਂ ਬਿਨਾਂ ਮਹਿਮਾ ਦਾ ਅਹਿਸਾਸ ਨਹੀਂ ਹੁੰਦਾ। ਤੁਸੀਂ ਵੇਖੋ ਬੜੇ ਲੋਕ ਤੁਰੇ ਫਿਰਦੇ ਨੇ, ਵਾਹਿਗੁਰੂ ਜੀ ਦੀ ਕਦਰ ਹੀ ਨਹੀਂ ਪਾਉਂਦੇ, ਉਹ ਉਸ ਦਾਤੇ ਦੀਆਂ ਦਾਤਾਂ ਦੀ ਕਦਰ ਨਹੀਂ ਪਾਉਂਦੇ। ਕਿਉਂ? ਕਿਉਂਕਿ ਉਹ ਮੰਨਣ ਵਾਲੇ ਪਾਸੇ ਤੁਰਦੇ ਹੀ ਨਹੀਂ। ਕੋਠੀਆਂ ਕਾਰਾਂ ਦੇ ਮਾਲਕ ਬਣ ਗਏ, ਪਰ ਵਾਹਿਗੁਰੂ ਜੀ ਦੇ ਕਦਰਦਾਨ ਨਹੀਂ ਬਣੇ। ਕਿਉਂ? ਕਿਉਂਕਿ ਉੱਧਰ ਤੁਰੇ ਹੀ ਨਹੀਂ। ਉਹਦੀ ਮਹਿਮਾ ਨੂੰ ਫੇਰ ਹੀ ਸਮਝਣਗੇ ਨਾ, ਉਹਦੀ ਮਹਿਮਾ ਦੀ ਕਦਰ ਫੇਰ ਹੀ ਕਰਨਗੇ ਨਾ, ਉਹਦੀ ਮਹਿਮਾ ਨੂੰ ਫੇਰ ਹੀ ਜਾਣਨਗੇ ਨਾ, ਉਹਦੇ ਨਾਲ ਸਾਂਝ ਫੇਰ ਹੀ ਪਾਉਣਗੇ ਨਾ, ਜੇ ਉੱਧਰ ਨੂੰ ਤੁਰਨਗੇ ਤਾਂ। ਜੇ ਪਾਣੀ ਦੇ ਵਿੱਚ ਬੈਠੇ ਹੀ ਨਹੀਂ ਤੇ ਪਾਣੀ ਦਾ ਕੀ ਗਰਮੀਆਂ ਦੇ ਵਿੱਚ ਨਜ਼ਾਰਾ ਹੈ, ਉਹ ਅਹਿਸਾਸ ਕਿਵੇਂ ਹੋਵੇਗਾ? ਨਦੀ ਦੇ ਕੰਢੇ ਤੇ ਬੈਠਿਆਂ ਨਦੀ ਦੇ ਵਿੱਚ ਵੜਨ ਦਾ ਅਹਿਸਾਸ ਨਹੀਂ ਨਾ ਹੋ ਸਕਦਾ। ਇਸ ਕਰਕੇ ਜੇ ਅਸੀਂ ਉਸ ਵਾਹਿਗੁਰੂ ਜੀ ਨੂੰ ਮੰਨਣ ਵਾਲੇ ਪਾਸੇ ਤੁਰਾਂਗੇ, ਉਹਨੂੰ ਮੰਨ ਲਵਾਂਗੇ, ਮਨ ਪਤੀਜੇਗਾ, ਉਹਦੀ ਮਹਿਮਾ ਕਿੰਨੀ ਕੁ ਮਹਾਨ ਹੈ, ਇਸ ਗੱਲ ਦੀ ਸਮਝ ਤਾਂ ਫੇਰ ਹੀ ਆਵੇਗੀ। ਅਗਲੀ ਪੌੜੀ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਮੰਨੈ ਸੁਰਤ ਹੋਵੈ ਮਨ ਬੁੱਧ। ਤੁਸੀਂ ਦੇਖੋ ਪਹਿਲੀ ਪੌੜੀ ਦੇ ਵਿੱਚ ਮੰਨੇ ਸੀ, ਨੰਨੇ ਨੂੰ ਲਾਂ ਸੀ, ਹੁਣ ਅਗਲੀ ਪੌੜੀ ਦੇ ਵਿੱਚ ਮੰਨੈ ਹੈ, ਦੁਲਾਵਾਂ ਨੇ। ਇਹ ਧਿਆਨ ਦਿਓ, ਪਹਿਲੀ ਪੌੜੀ ਵਿੱਚ ਮੰਨੇ ਨੂੰ ਲਾਂ ਸੀ, ਉੱਥੇ ਕੀ ਸੀ ਵੀ ਜਿਹਨੇ ਮੰਨ ਲਿਆ ਉਹਦੀ ਮਹਿਮਾ ਬਿਆਨ ਨਹੀਂ ਹੋ ਸਕਦੀ। ਭਗਤ ਰਵਿਦਾਸ ਜੀ ਵਰਗਿਆਂ ਨੇ ਮੰਨ ਲਿਆ, ਉਹਨਾਂ ਅੱਗੇ ਦੁਨੀਆ ਝੁਕਦੀ ਆ। ਭਗਤ ਨਾਮਦੇਵ ਜੀ, ਉਹਨਾਂ ਦਾ ਮਨ ਜਿਹੜਾ ਹੈ ਉਹ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ ਹੈ, ਦੁਨੀਆ ਉਹਨਾਂ ਅੱਗੇ ਝੁਕਦੀ ਹੈ।
ਔਰ ਕਿੰਨੀਆਂ ਸ਼ਖਸੀਅਤਾਂ ਨੇ, ਭਾਈ ਤਾਰੂ ਸਿੰਘ ਜੀ ਵਰਗੇ, ਬੰਦਾ ਸਿੰਘ ਬਹਾਦਰ ਵਰਗੇ, ਜਿਹੜੇ ਬੰਦਾ ਸਿੰਘ ਬਹਾਦਰ ਵਰਗੇ ਪਹਿਲਾਂ ਉਹਨਾਂ ਦਾ ਮਨ ਨਹੀਂ ਸੀ ਭਤੀਜਿਆ, ਕੋਈ ਪੁੱਛਦਾ ਨਹੀਂ ਸੀ, ਤੇ ਜਦੋਂ ਗੁਰੂ ਦਾ ਬੰਦਾ ਬਣ ਗਿਆ, ਵੇਖੋ ਅੱਜ ਸਾਰੇ ਉਹਨੂੰ ਨਮਸਕਾਰ ਕਰਦੇ ਨੇ। ਮਹਿਮਾ ਬਿਆਨ ਨਹੀਂ ਹੋ ਸਕਦੀ ਨਾ, ਭਾਈ ਤਾਰੂ ਸਿੰਘ ਵਰਗਿਆਂ ਦੀ ਮਹਿਮਾ ਨਹੀਂ ਬਿਆਨ ਹੋ ਸਕਦੀ। ਤੋ ਜਿਹਨੇ ਮੰਨ ਲਿਆ, ਜਿਹਦਾ ਮਨ ਪਤੀਜ ਗਿਆ ਵਾਹਿਗੁਰੂ ਜੀ ਦੀ ਹੋਂਦ ਵਿੱਚ, ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਪਹਿਲੀ ਪੌੜੀ ਦੇ ਭਾਵ ਆ, ਮੰਨੇ। ਫਿਰ ਅਗਲੀ ਪੌੜੀ ਵਿੱਚ ਮਹਾਰਾਜ ਕਹਿੰਦੇ ਮੰਨੈ, ਜੇ ਕੋਈ ਮੰਨ ਲਵੇ ਤਾਂ ਫਿਰ ਕੀ ਹੋਵੇਗਾ? ਸੁਰਤ ਹੋਵੈ ਮਨ ਬੁੱਧ। ਮਹਾਰਾਜ ਕਹਿੰਦੇ ਉਹਦੀ ਸੁਰਤ ਜਿਹੜੀ ਆ ਉੱਚੀ ਹੋ ਜਾਵੇਗੀ, ਉਹਦੀ ਸੁਰਤ ਨੀਵੀਂ ਨਹੀਂ ਰਹੇਗੀ, ਉਹਦੀ ਸੁਰਤ ਵਕਾਰਾਂ ਵੱਲ ਨਹੀਂ ਜਾਏਗੀ, ਉਹਦੀ ਸੁਰਤ ਗੁਣਾਂ ਵੱਲ ਜਾਏਗੀ, ਉਹਦੀ ਸੁਰਤ ਗੁਣਾਂ ਨੂੰ ਧਾਰਨ ਕਰਨ ਵਾਲੇ ਪਾਸੇ ਜਾਵੇਗੀ, ਉੱਚੀ ਹੋ ਜਾਵੇਗੀ। ਮੰਨੈ ਸੁਰਤ ਹੋਵੈ ਮਨ ਬੁੱਧ, ਤੇ ਉਹਦੀ ਬੁੱਧੀ ਵੀ ਜਿਹੜੀ ਵਿਵੇਕ ਬਣ ਜਾਵੇਗੀ, ਉਹਦੀ ਬੁੱਧੀ ਸਹੀ ਤੇ ਗਲਤ ਦੀ ਪਹਿਚਾਣ ਕਰਨ ਲੱਗ ਪਵੇਗੀ, ਉਹਦੀ ਬੁੱਧੀ ਔਗਣਾਂ ਨੂੰ ਛੱਡਣ ਲੱਗ ਪਵੇਗੀ, ਗੁਣਾਂ ਨੂੰ ਧਾਰਨ ਕਰਨ ਲੱਗ ਪਵੇਗੀ, ਕੁਸੰਗਤ ਨੂੰ ਛੱਡਣ ਲੱਗ ਪਵੇਗੀ, ਸਤ ਸੰਗਤ ਨੂੰ ਧਾਰਨ ਕਰਨ ਲੱਗ ਪਵੇਗੀ, ਕਿਉਂਕਿ ਉਹਦੀ ਬੁੱਧੀ ਨੂੰ ਸਹੀ ਤੇ ਗਲਤ ਦਾ ਨਿਰਣਾ ਕਰਨਾ ਆ ਜਾਂਦਾ ਹੈ। ਕਿਹਨੂੰ ਆਉਂਦਾ ਹੈ? ਜੇ ਅਸੀਂ ਮੰਨ ਲਈਏ ਤਾਂ, ਜੇ ਉਹਦੀ ਹੋਂਦ ਨੂੰ ਸਵੀਕਾਰ ਕਰ ਲਈਏ ਤਾਂ। ਮੰਨੈ ਸਗਲ ਭਵਨ ਕੀ ਸੁਧ। ਜੇ ਅਸੀਂ ਵਾਹਿਗੁਰੂ ਜੀ ਦੀ ਹੋਂਦ ਨੂੰ ਮੰਨ ਲਵਾਂਗੇ, ਉਹਦੇ ਵਿੱਚ ਜੇ ਮਨ ਪਤੀਜ ਗਿਆ, ਤਾਂ ਫਿਰ ਸਾਰੇ ਭਵਨਾਂ ਦੀ ਜਿਹੜੀ ਸੁੱਧ ਹੋ ਜਾਂਦੀ ਹੈ, ਸਮਝ ਲੱਗ ਜਾਂਦੀ ਹੈ ਸਾਨੂੰ। ਫਿਰ ਸਾਰੀਆਂ ਚੀਜ਼ਾਂ ਦੀ ਸਮਝ ਲੱਗ ਜਾਂਦੀ। ਜਿਨ੍ਹਾਂ ਦਾ ਮਨ ਭਤੀਜਿਆ ਹੈ ਨਾ ਵਾਹਿਗੁਰੂ ਜੀ ਦੀ ਹੋਂਦ ਵਿੱਚ, ਤੁਸੀਂ ਦੇਖੋ ਉਹ ਇੱਥੋਂ ਬੈਠੇ ਤਿੰਨਾਂ ਲੋਕਾਂ ਦੀਆਂ ਬਾਤਾਂ ਕਰ ਦਿੰਦੇ ਨੇ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਇਹ ਸਟੱਡੀ ਥੋੜ੍ਹਾ ਕੀਤੀ ਸੀ ਕਿ ਕਰੋੜਾਂ ਹੀ ਬ੍ਰਹਿਮੰਡ ਨੇ, ਪਰ ਬੈਠਿਆਂ ਹੀ ਕਰੋੜਾਂ ਬ੍ਰਹਿਮੰਡਾਂ ਦੀਆਂ ਗੱਲਾਂ ਕਰਦੇ ਪਏ ਨੇ ਨਾ। ਉਹ ਸੋਝੀ ਕਿੱਥੋਂ ਆਈ? ਉਹ ਸੋਝੀ ਆਈ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਕੇ। ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਉਹ ਤਿੰਨਾਂ ਲੋਕੀਆਂ ਦੀਆਂ ਬਾਤਾਂ ਕਰਦੇ ਪਏ ਨੇ। ਹੈ ਉਹ ਅਨਪੜ੍ਹ ਸਨ, ਉਹ ਕੋਈ ਪੜ੍ਹੇ ਲਿਖੇ ਥੋੜ੍ਹਾ ਸਨ, ਕੋਈ ਪਾਠਸ਼ਾਲਾ ਦੇ ਵਿੱਚ ਥੋੜ੍ਹਾ ਜਾ ਕੇ ਉਹਨਾਂ ਪੜ੍ਹਾਈ ਕੀਤੀ ਹੈ, ਪਰ ਫਿਰ ਵੀ ਉਹ ਇੰਨੀ ਸੋਝੀ ਰੱਖਦੇ ਨੇ। ਕਿਉਂ? ਕਿਉਂਕਿ ਉਹਨਾਂ ਦਾ ਮਨ ਭਤੀਜਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਇੰਨੀ ਉਮਰ ਤੱਕ, ਵੇਖੋ ਤੁਸੀਂ 60-62 ਸਾਲ ਦੀ ਉਮਰ ਤੱਕ ਉਹਨਾਂ ਨੂੰ ਕੋਈ ਰਾਗਾਂ ਦੀ ਸੋਝੀ ਨਹੀਂ ਸੀ। ਉਹ ਗੁਰੂ ਸਾਹਿਬ ਦੀ ਸ਼ਰਣੀ ਆਏ, ਸੇਵਾ ਵਿੱਚ ਜੁੜੇ, ਤੇ ਕਿੱਥੇ ਕਿੱਡੀ ਉਮਰ ਵਿੱਚ ਜਾ ਕੇ ਉਹ ਗੁਰੂ ਬਣੇ। ਤੇ ਗੁਰੂ ਬਣਨ ਤੋਂ ਬਾਅਦ ਕਦੀ ਰਾਮ ਕਲੀ ਗਾਉਂਦੇ ਪਏ ਨੇ, ਕਦੀ ਕਿਹੜਾ ਰਾਗ ਗਾਉਂਦੇ ਪਏ ਨੇ। ਉਹ ਸੋਝੀ ਕਿੱਥੋਂ ਆਈ? ਉਹ ਵਾਹਿਗੁਰੂ 'ਚ ਅਭੇਦ ਹੋ ਕੇ ਆਈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹਦਾ ਮਨ ਭਤੀਜ ਜਾਵੇ ਵਾਹਿਗੁਰੂ ਜੀ ਦੀ ਹੋਂਦ ਵਿੱਚ, ਫਿਰ ਉਹਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਮੰਨੈ ਮੋਹਿ ਚੋਟਾ ਨਾ ਖਾਏ। ਜਿਹਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ, ਫਿਰ ਉਹਦੇ ਮੂੰਹ ਤੇ ਵਕਾਰਾਂ ਦੀਆਂ ਚੋਟਾਂ ਨਹੀਂ ਪੈਂਦੀਆਂ, ਉਹਨੂੰ ਜਮਾਂ ਦੀਆਂ ਚੋਟਾਂ ਨਹੀਂ ਪੈਂਦੀਆਂ, ਉਹਨੂੰ ਫਿਰ ਦੁੱਖਾਂ ਦੀਆਂ ਚੋਟਾਂ ਨਹੀਂ ਪੈਂਦੀਆਂ, ਉਹਨੂੰ ਔਗਣਾਂ ਦੀਆਂ ਚੋਟਾਂ ਨਹੀਂ ਪੈਂਦੀਆਂ। ਮੰਨੈ ਮੋਹਿ ਚੋਟਾ ਨਾ ਖਾਏ, ਐਸੀ ਅਵਸਥਾ ਹੋ ਜਾਂਦੀ ਆ ਜੇ ਅਸੀਂ ਮੰਨ ਲਈਏ। ਹੁਣ ਤੁਸੀਂ ਦੇਖੋ ਮਹਾਰਾਜ ਵਾਰ-ਵਾਰ ਦੱਸੀ ਜਾਂਦੇ ਆ ਵੀ ਜੇ ਮੰਨ ਲਏਗਾ ਤਾਂ ਆਹ ਕੁਝ ਹੋ ਜਾਊਗਾ। ਕਿਉਂਕਿ ਤੁਸੀਂ ਕਹੋਗੇ ਵੀ ਸ਼ੁਰੂਆਤ ਦੇ ਵਿੱਚ ਤਾਂ ਵਾਹਿਗੁਰੂ ਜੀ ਦਾ ਅਹਿਸਾਸ ਨਹੀਂ ਹੋਇਆ, ਤੇ ਫਿਰ ਵੀ ਬੰਦਾ ਜ਼ੋਰ ਲਾ ਕੇ ਮੰਨਣਾ ਤੇ ਕਿੰਨਾ ਕੁ ਜ਼ੋਰ ਲਾ ਲੂਗਾ। ਕੋਈ ਮੋਟੀਵੇਸ਼ਨ ਤਾਂ ਚਾਹੀਦੀ ਆ ਨਾ, ਮੋਟੀਵੇਸ਼ਨ ਤੋਂ ਬਿਨਾਂ ਤਾਂ ਜ਼ੋਰ ਵੀ ਨਹੀਂ ਨਾ ਲੱਗਦਾ। ਤੁਸੀਂ ਦੇਖੋ ਬੰਦਾ ਪੈਸੇ ਦੌਲਤ ਕਮਾਉਂਦਾ ਹੈ, ਉਹ ਕਮਾਈ ਜਾਂਦਾ ਆ, ਆਏ ਦਿਨ ਭੱਜ ਦੌੜ, ਤੁਸੀਂ ਵੇਖੋ ਕਿੰਨਾ ਸਮਾਂ ਬਸ ਉੱਧਰ ਹੀ ਭੱਜ ਦੌੜ ਕਰੀ ਜਾਂਦਾ। ਕਿਉਂ ਕਰਦਾ ਪਿਆ ਹੈ? ਕਿਉਂਕਿ ਉਹਨੂੰ ਇੱਕ ਮੋਟੀਵੇਸ਼ਨ ਮਿਲੀ ਉੱਥੋਂ ਕਿ ਜੇ ਮੇਰੇ ਕੋਲ ਵਾਧੂ ਪੈਸਾ ਹੋਵੇਗਾ ਨਾ, ਮੇਰੀ ਟੌਰ ਬੜੀ ਹੋਵੇਗੀ, ਮੇਰੀ ਲਾਈਫ ਬੜੀ ਲਗਜ਼ਰੀਅਸ ਹੋਏਗੀ, ਮੇਰੀ ਲਾਈਫ ਬੜੀ ਤਕੜੀ ਹੋਵੇਗੀ, ਮੇਰੇ ਕੋਲ ਕੋਠੀਆਂ ਕਾਰਾਂ ਹੋਣਗੀਆਂ, ਮੇਰਾ ਰੁਤਬਾ ਉੱਚਾ ਹੋਵੇਗਾ, ਤੇ ਮੇਰੀ ਬੜੀ ਇੱਜ਼ਤ ਹੋਵੇਗੀ ਸਮਾਜ ਦੇ ਵਿੱਚ। ਇਹ ਚੀਜ਼ ਉਹਨੂੰ ਮੋਟੀਵੇਟ ਕਰਦੀ ਆ ਨਾ ਪੈਸੇ ਕਮਾਉਣ ਦੀ ਮਿਹਨਤ ਕਰਨ ਤੇ। ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਚੀਜ਼ਾਂ ਤਾਂ ਛੋਟੀਆਂ ਹੋ ਗਈਆਂ ਨਾ, ਦੁਨਿਆਵੀ ਚੀਜ਼ਾਂ ਤਾਂ ਬੜੀਆਂ ਛੋਟੀਆਂ ਹੋ ਗਈਆਂ, ਉਹਨਾਂ ਲਈ ਤੂੰ ਮੋਟੀਵੇਸ਼ਨ ਲਈ ਫਿਰਦਾ ਹੈ। ਆਹ ਮੈਂ ਤੈਨੂੰ ਇਸ ਰਸਤੇ 'ਤੇ ਤੁਰਨ ਦੀ ਵੀ ਮੋਟੀਵੇਸ਼ਨ ਦੇਵਾਂ, ਤੂੰ ਟੌਰ ਹੀ ਭਾਲਦਾ ਹੈ ਨਾ। ਆਹ ਵੇਖ ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ, ਉਹਨਾਂ ਦੀ ਕਿੰਨੀ ਟੌਰ ਹੈ। ਹੁਣ ਉਨੀ ਟੌਰ ਔਰੰਗਜ਼ੇਬ ਦੀ ਨਹੀਂ ਜਿੰਨੀ ਟੌਰ ਗੁਰੂ ਗੋਬਿੰਦ ਸਿੰਘ ਦੀ ਆ। ਔਰੰਗਜ਼ੇਬ ਭਾਵੇਂ ਬਾਦਸ਼ਾਹ ਸੀ, ਜਿਸ ਵਕਤ ਕਬੀਰ ਜੀ ਪੂਰੀ ਦੁਨੀਆ ਨੂੰ ਤਾਰਦੇ ਪਏ ਨੇ, ਉਸ ਵਕਤ ਕਿਹੜਾ ਬਾਦਸ਼ਾਹ ਕਿਸੇ ਨੂੰ ਪਤਾ ਵੀ ਨਹੀਂ, ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ। ਹੁਣ ਕਾਹਦੀ ਟੌਰ ਉਹਦੀ? ਪਰ ਭਗਤ ਕਬੀਰ ਜੀ ਦੀ ਤਾਂ ਪੂਰੀ ਟੌਰ ਹੈ। ਵੇਖੋ ਕਿੰਨੀ ਮਹਿਮਾ ਹੈ ਉਹਨਾਂ ਦੀ। ਮਹਾਰਾਜ ਕਹਿੰਦੇ ਆ ਤੈਨੂੰ ਮੋਟੀਵੇਸ਼ਨ ਦੇਵਾਂ ਵੀ ਜੇ ਤੂੰ ਇਸ ਰਸਤੇ 'ਤੇ ਤੁਰੇਂਗਾ, ਜੇ ਵਾਹਿਗੁਰੂ ਜੀ ਦੀ ਹੋਂਦ ਨੂੰ ਮੰਨੇਗਾ, ਫਿਰ ਵੇਖ ਕੀ ਕੁਛ ਮਿਲੂਗਾ। ਲੈ ਮੋਟੀਵੇਸ਼ਨ,
ਮੋਟੀਵੇਸ਼ਨ ਦਿੰਦੇ ਪਏ ਨੇ ਮਹਾਰਾਜ। ਔਰ ਇਹ ਕੇਵਲ ਕਹਿਣ ਮਾਤਰ ਨਹੀਂ, ਸੱਚੀ ਗੱਲਾਂ ਨੇ। ਇਹ ਨਹੀਂ ਵੀ ਤੁਹਾਨੂੰ ਸਿਰਫ ਤੋਰਨ ਲਈ ਮਹਾਰਾਜ ਐਵੇਂ ਹੀ ਕਹਿ ਰਹੇ ਨੇ, ਨਹੀਂ, ਇੱਕ ਗੱਲ ਸੱਚ ਹੈ ਗੁਰੂ ਸਾਹਿਬ ਦੀ। ਮਹਾਰਾਜ ਕਹਿੰਦੇ ਮੰਨੈ ਮੋਹਿ ਚੋਟਾ ਨਾ ਖਾਏ, ਜਿਹੜਾ ਮੰਨ ਲਵੇਗਾ ਫਿਰ ਉਹਦੇ ਮੂੰਹ 'ਤੇ ਚੋਟਾਂ ਨਹੀਂ ਪੈਂਦੀਆਂ। ਅੱਗੋਂ ਮਹਾਰਾਜ ਫਰਮਾਉਂਦੇ ਨੇ ਮੰਨੈ ਜੰਮ ਕੈ ਸਾਥ ਨਾ ਜਾਏ, ਜੇ ਤੇਰਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ ਫਿਰ ਤੈਨੂੰ ਜੰਮਣ ਮਰਨ ਨਹੀਂ ਮਿਲੇਗਾ। ਇਹ ਨਹੀਂ ਵੀ ਤੂੰ ਜੰਮਦਾ ਰਹੇਗਾ ਮਰਦਾ ਰਹੇਗਾ, ਜੰਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਐਸਾ ਨਹੀਂ ਹੋਏਗਾ। ਤੈਨੂੰ ਜਮਾਂ ਦੀ ਮਾਰ ਨਹੀਂ ਪਏਗੀ, ਜੰਮ ਤੇਰੇ ਨਾਲ ਨਹੀਂ ਜਾਣਗੇ, ਤੂੰ ਵਾਹਿਗੁਰੂ ਜੀ ਦੇ ਘਰ ਸੁਰਖਰੂ ਹੋ ਜਾਵੇਂਗਾ। ਮੰਨੈ ਜੰਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਏਡਾ ਮਹਾਨ ਹੈ ਵਾਹਿਗੁਰੂ ਜੀ ਦਾ ਨਾਮ, ਏਡੀ ਮਹਾਨ ਹੈ ਵਾਹਿਗੁਰੂ ਜੀ ਦੀ ਹੋਂਦ ਕਿ ਜਿਹਦੇ ਵਿੱਚ ਮਨ ਭਤੀਜ ਗਿਆ, ਜਿਹਦਾ ਭਤੀਜ ਗਿਆ ਉਹਨੂੰ ਇੰਨਾ ਕੁਝ ਮਿਲ ਜਾਂਦਾ ਹੈ। ਫਿਰ ਜਿਹਦੇ ਵਿੱਚ ਭਤੀਜਿਆ, ਜਿਹਦੇ ਨਾਲ ਜੁੜਿਆ ਮਨ, ਉਹ ਕਿੱਡਾ ਕੁ ਵੱਡਾ ਹੈ। ਜਿਸ ਨਾਮ ਦੇ ਨਾਲ ਜੁੜ ਕੇ ਜੇ ਇੰਨਾ ਕੁਝ ਮਿਲ ਜਾਂਦਾ, ਉਹ ਨਾਮ ਤਾਂ ਫਿਰ ਬੜਾ ਵੱਡਾ ਹੈ ਨਾ। ਐਸਾ ਨਾਮ ਨਿਰੰਜਨ ਹੋਏ। ਪਰ ਇਹ ਮਹਾਨਤਾ ਤਾਂ ਹੀ ਸਮਝ ਆਵੇਗੀ ਜੇ ਉਸ ਵਾਲੇ ਪਾਸੇ ਤੁਰਾਂਗੇ, ਜੇ ਉਹਨੂੰ ਮੰਨਾਂਗੇ ਤਾਂ। ਮੰਨੈ ਮਾਰਗ ਠਾਕ ਨਾ ਪਾਏ, ਜੇ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ ਫਿਰ ਤੇਰੇ ਰਸਤੇ ਦੇ ਵਿੱਚ ਰੁਕਾਵਟਾਂ ਨਹੀਂ ਆਉਣਗੀਆਂ, ਕੋਈ ਵਕਾਰ ਤੈਨੂੰ ਨਹੀਂ ਰੋਕੇਗਾ, ਫਿਰ ਕਾਮ ਰੁਕਾਵਟ ਨਹੀਂ ਪਾਏਗਾ। ਹੁਣ ਤੁਸੀਂ ਦੇਖੋ, ਪਹਿਲਾਂ ਜ਼ੋਰ ਲਾ ਕੇ ਮੰਨਿਆ ਸੀ, ਉਦੋਂ ਹੋ ਸਕਦਾ ਰੁਕਾਵਟਾਂ ਪੈਂਦੀਆਂ ਨੇ। ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਅਤੇ ਵਕਾਰ ਰੋਕੀ ਜਾਂਦੇ ਆ। ਅਸੀਂ ਵਾਹਿਗੁਰੂ ਜੀ ਨੂੰ ਮੰਨਣਾ ਚਾਹੁੰਦੇ ਹਾਂ ਅਤੇ ਵਕਾਰ ਸਾਨੂੰ ਦੂਰ ਕਰਦੇ ਪਏ ਨੇ, ਰੁਕਾਵਟਾਂ ਆਉਂਦੀਆਂ ਨੇ ਨਾ। ਪਰ ਮਹਾਰਾਜ ਕਹਿੰਦੇ ਤੂੰ ਉੱਦਮ ਕਰ, ਵਾਹਿਗੁਰੂ ਜੀ ਦਾ ਹੱਥ ਹੋਵੇਗਾ ਸਾਡੇ ਸਿਰ 'ਤੇ, ਗੁਰੂ ਸਾਹਿਬ ਰਹਿਮਤਾਂ ਕਰ ਰਹੇ ਨੇ, ਅਸੀਂ ਉੱਦਮ ਕਰਦੇ ਰਹੀਏ, ਜ਼ੋਰ ਲਾਉਂਦੇ ਰਹੀਏ। ਅਤੇ ਮਹਾਰਾਜ ਕਹਿੰਦੇ ਹੌਲੀ ਹੌਲੀ ਤੇਰੀ ਸੁਰਤ ਉੱਚੀ ਹੋਵੇਗੀ, ਬੁੱਧੀ ਉੱਚੀ ਹੋਵੇਗੀ, ਤੈਨੂੰ ਸਾਰੇ ਭਵਨਾਂ ਦੀ ਸੋਝੀ ਆਵੇਗੀ, ਤੇਰਾ ਜਮਾਂ ਤੋਂ ਖਹਿੜਾ ਛੁੱਟੇਗਾ। ਅਤੇ ਫਿਰ ਜਿਵੇਂ ਜਿਵੇਂ ਵੱਧਦਾ ਜਾਵੇਗਾ ਤੇਰੀ ਅਵਸਥਾ ਇੰਨੀ ਉੱਚੀ ਹੋ ਜਾਵੇਗੀ ਕਿ ਹੁਣ ਤੇਰੇ ਰਸਤੇ ਵਿੱਚ ਵਕਾਰ ਰੁਕਾਵਟ ਨਹੀਂ ਪਾਉਣਗੇ। ਅਗਲੀ ਸਟੇਜ 'ਤੇ ਆ ਗਿਆ ਨਾ ਹੁਣ, ਅਗਲੀ ਪੌੜੀ, ਅਗਲੀ ਸਟੇਜ। ਮਹਾਰਾਜ ਕਹਿੰਦੇ ਹੁਣ ਤੇਰੇ ਰਸਤੇ ਦੇ ਵਿੱਚ ਵਕਾਰ ਰੁਕਾਵਟਾਂ ਨਹੀਂ ਪਾਉਣਗੇ, ਔਗਣ ਰੁਕਾਵਟਾਂ ਨਹੀਂ ਪਾਉਣਗੇ। ਹੁਜਤ, ਤਰਕ ਜਾਂ ਜੋ ਵੀ ਕੁਝ ਗਲਤ ਹੈ ਉਹ ਤੇਰੇ ਜੀਵਨ ਦੇ ਵਿੱਚ ਰੁਕਾਵਟਾਂ ਨਹੀਂ ਪਾਉਣਗੇ। ਤੇਰਾ ਜੀਵਨ ਅੱਗੇ ਹੀ ਵੱਧਦਾ ਜਾਵੇਗਾ। ਪਰ ਇਹ ਤਾਂ ਹੋਵੇਗਾ ਜੇ ਵਾਹਿਗੁਰੂ ਜੀ ਦੀ ਹੋਂਦ ਦੇ ਵਿੱਚ ਤੇਰਾ ਮਨ ਪਤੀਜ ਜਾਵੇਗਾ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਜਿਹਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ, ਮਹਾਰਾਜ ਕਹਿੰਦੇ ਫਿਰ ਉਹ ਇੱਜ਼ਤ ਦੇ ਨਾਲ ਪ੍ਰਗਟ ਹੋ ਕੇ ਜਾਂਦਾ ਹੈ। ਜਿਨ੍ਹਾਂ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ, ਉਹ ਪੂਰੇ ਪ੍ਰਤਾਪ ਦੇ ਨਾਲ ਜਾਂਦਾ, ਇੱਜ਼ਤ ਦੇ ਨਾਲ ਫਿਰ ਵਾਹਿਗੁਰੂ ਜੀ ਦੇ ਘਰ ਜਾਂਦਾ ਹੈ। ਮੰਨੈ ਮਗ ਨਾ ਚੱਲੈ ਪੰਥ, ਮਹਾਰਾਜ ਕਹਿੰਦੇ ਜਿਨ੍ਹੇ ਵਾਹਿਗੁਰੂ ਜੀ ਨੂੰ ਮੰਨ ਲਿਆ, ਉਹਦੀ ਹੋਂਦ ਵਿੱਚ ਉਹਦਾ ਮਨ ਪਤੀਜ ਗਿਆ, ਅਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਫਿਰ ਜਿਹੜੇ ਆਹ ਦੁਨਿਆਵੀ ਰਸਤੇ ਬਣੇ ਹੋਏ ਨੇ ਨਾ ਮਜ਼ਹਬਾਂ ਦੇ, ਉਹਨਾਂ ਤੋਂ ਉਹ ਉੱਪਰ ਉੱਠ ਜਾਂਦਾ ਹੈ। ਉਹ ਫਿਰ ਇਹਨਾਂ ਰਸਤਿਆਂ ਦਾ ਮੁਥਾਜ ਨਹੀਂ ਰਹਿੰਦਾ, ਉਹ ਇਹਨਾਂ ਚੀਜ਼ਾਂ ਦਾ ਮੁਥਾਜ ਨਹੀਂ ਰਹਿੰਦਾ ਵੀ ਜੇ ਮੁਸਲਮਾਨ ਹੋਵਾਂਗਾ ਤਾਂ ਫੇਰ ਹੀ ਤਰਾਂਗਾ, ਹਿੰਦੂ ਹੋਵਾਂਗਾ ਤਾਂ ਫੇਰ ਹੀ ਤਰਾਂਗਾ, ਈਸਾਈ ਹੋਵਾਂਗਾ ਤਾਂ ਫੇਰ ਹੀ ਤਰਾਂਗਾ, ਆਹ ਵਾਲੀ ਮਰਿਆਦਾ ਮੰਨਾਂਗਾ ਤਾਂ ਫੇਰ ਹੀ ਤਰਾਂਗਾ। ਨਹੀਂ, ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ। ਕਿਉਂ? ਕਿਉਂਕਿ ਮੰਨੈ ਧਰਮ ਸੇਤੀ ਸੰਬੰਧ, ਵਾਹਿਗੁਰੂ ਜੀ ਦੀ ਹੋਂਦ ਨੂੰ ਮੰਨਣ ਵਾਲੇ ਦਾ ਸਿੱਧਾ ਸੰਬੰਧ ਧਰਮ ਨਾਲ ਹੋ ਜਾਂਦਾ ਹੈ। ਧਰਮ ਕੀ ਹੈ? ਵਾਹਿਗੁਰੂ ਜੀ ਦੀ ਹੋਂਦ ਵਿੱਚ ਅਭੇਦ ਹੋ ਜਾਣਾ, ਵਾਹਿਗੁਰੂ ਜੀ ਦੇ ਗੁਣਾਂ ਨੂੰ ਧਾਰਨ ਕਰ ਲੈਣਾ। ਹੁਣ ਹਾਲਾਂਕਿ ਪਹੁੰਚਿਆ ਉਹ ਉਸ ਰਸਤੇ 'ਤੇ ਚੱਲ ਕੇ ਹੈ, ਕੋਠੇ 'ਤੇ ਚੜ੍ਹਨਾ ਹੈ ਅਤੇ ਪੌੜੀ ਦਾ ਸਹਾਰਾ ਲੈਣਾ ਪਵੇਗਾ, ਪਰ ਜਦੋਂ ਕੋਠੇ 'ਤੇ ਚੜ੍ਹ ਗਿਆ ਫਿਰ ਉਦੋਂ ਪੌੜੀ ਪਿੱਛੇ ਰਹਿ ਜਾਂਦੀ ਆ। ਇਸੇ ਪ੍ਰਕਾਰ ਹੋ ਸਕਦਾ ਕੋਈ ਵੱਖੋ ਵੱਖਰੇ ਰਸਤਿਆਂ ਰਾਹੀਂ ਪਹੁੰਚਿਆ ਹੋਵੇ, ਮਾੜਾ ਨਹੀਂ ਕਹਿੰਦੇ ਆਪਾਂ, ਪਰ ਬਸ ਸ਼ਰਤ ਇਹ ਆ ਵੀ ਉਹ ਰਸਤਾ ਗਲਤ ਨਾ ਹੋਵੇ, ਗਲਤ ਥਾਂ 'ਤੇ ਨਾ ਲਿਜਾਂਦਾ ਹੋਵੇ। ਰਸਤਾ ਕੋਈ ਵੀ ਹੋਵੇ ਪਰ ਲਿਆਉਂਦਾ ਵਾਹਿਗੁਰੂ ਜੀ ਤੱਕ ਹੋਵੇ, ਇਹ ਨਾ ਹੋਵੇ ਵੀ ਵੱਖ ਵੱਖ ਦੇਵਤਿਆਂ ਨਾਲ ਹੀ ਜੋੜ ਦੇਵੇ, ਉਹ ਕਿਤੇ ਹੋਰ ਹੀ ਲੈ ਗਿਆ। ਨਹੀਂ, ਰਸਤਾ ਵਾਹਿਗੁਰੂ ਜੀ ਤੱਕ ਲਿਆਉਂਦਾ ਹੋਵੇ, ਪਰ ਜਦੋਂ ਵਾਹਿਗੁਰੂ ਜੀ ਤੱਕ ਪਹੁੰਚ ਗਿਆ, ਉਹਦੇ ਵਿੱਚ ਮਨ ਪਤੀਜ ਗਿਆ, ਫਿਰ ਉਹ ਉਹਨਾਂ ਮਰਿਆਦਾਵਾਂ ਦਾ, ਉਹਨਾਂ ਰਸਤਿਆਂ ਦਾ ਮੁਥਾਜ ਨਹੀਂ ਰਹਿੰਦਾ। ਇਸੇ ਕਰਕੇ ਜਿਨ੍ਹਾਂ ਦਾ ਮਨ ਪਤੀਜਿਆ ਹੈ ਨਾ, ਉਹਨਾਂ ਬਾਰੇ ਕਦੀ ਨਹੀਂ ਇਹ ਕਹਿਣਾ ਚਾਹੀਦਾ ਵੀ ਇਹਨੇ ਆਹ ਮਰਿਆਦਾ ਨਹੀਂ ਮੰਨੀ, ਇਹਨੇ ਉਹ ਨਹੀਂ ਮੰਨੀ। ਉਹ ਉਹਨਾਂ ਤੋਂ ਉੱਪਰ ਉੱਠ ਜਾਂਦਾ, ਉਹ ਆਜ਼ਾਦ ਹੋ ਜਾਂਦਾ ਹੈ। ਉੱਥੇ ਤਾਂ ਇਹ ਅਵਸਥਾ ਆ ਜਾਂਦੀ ਆ ਕਿ ਤੂੰ ਭਗਤਾਂ ਕੇ ਵਸ ਭਗਤਾਂ ਧਾਨ ਤੇਰਾ। ਉੱਥੇ ਤਾਂ ਰੱਬ ਵੀ ਉਹਨਾਂ ਦਾ ਜਿਹੜਾ ਉਹਨਾਂ ਦੇ ਵਸ 'ਚ ਹੋ ਜਾਂਦਾ ਹੈ। ਫਿਰ ਉੱਥੇ ਆਹ ਰਸਤੇ ਤਾਂ ਬੜੀ ਦੂਰ ਦੀ ਗੱਲ ਨੇ ਨਾ, ਅਸੀਂ ਇਹਨਾਂ ਰਸਤਿਆਂ ਦੇ ਉਹਨੂੰ ਮਥਾਜ ਕਿਵੇਂ ਬਣਾ ਸਕਦੇ ਹਾਂ?
ਇਹਨਾਂ ਰਸਤਿਆਂ ਦੇ ਵੱਸ ਵਿੱਚ ਉਸ ਮਹਾਨ ਪੁਰਖ ਨੂੰ ਕਿਵੇਂ ਰੱਖ ਸਕਦੇ ਆ? ਉਹ ਤਾਂ ਰੱਬ ਵੀ ਉਹਦੇ ਵੱਸ 'ਚ ਹੋ ਜਾਂਦਾ ਹੈ ਨਾ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਤਾਂ ਮਹਾਰਾਜ ਕਹਿੰਦੇ ਜਿਹਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ ਨਾ, ਫਿਰ ਉਹ ਇਹਨਾਂ ਦੁਨਿਆਵੀ ਜਿਹੜੇ ਮਜ਼ਹਬਾਂ ਦੇ ਰਸਤਿਆਂ ਦਾ ਮੁਹਤਾਜ ਨਹੀਂ ਰਹਿੰਦਾ, ਇਹਨਾਂ ਤੋਂ ਉੱਪਰ ਉੱਠ ਜਾਂਦਾ ਹੈ, ਕਿਉਂਕਿ ਉਹਦਾ ਸਿੱਧਾ ਸੰਬੰਧ ਵਾਹਿਗੁਰੂ ਜੀ ਨਾਲ ਬਣ ਜਾਂਦਾ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮਹਾਰਾਜ ਕਹਿੰਦੇ ਐਸਾ ਮਹਾਨ ਨਾਮ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਹੜਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਪਰ ਉਹਦੀ ਮਹਾਨਤਾ ਦੀ ਸਮਝ ਤਦੋਂ ਹੀ ਲੱਗੇਗੀ ਜੇ ਉਹਨੂੰ ਮੰਨਾਂਗੇ ਤਾਂ। ਮੰਨੈ ਪਾਵਹਿ ਮੋਖ ਦੁਆਰ, ਜਿਸ ਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ, ਜਿਹਨੇ ਵਾਹਿਗੁਰੂ ਜੀ ਨੂੰ ਮੰਨ ਲਿਆ, ਫਿਰ ਉਹ ਮੋਖ ਦੁਆਰ ਪਾ ਲੈਂਦਾ ਹੈ, ਉਹਨੂੰ ਮੰਜ਼ਿਲ ਮਿਲ ਜਾਂਦੀ ਹੈ, ਉਹ ਆਪਣੇ ਮਕਸਦ 'ਤੇ ਪਹੁੰਚ ਜਾਂਦਾ ਹੈ, ਉਹ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਜਾਂਦਾ ਹੈ। ਮੰਨੈ ਪਰਿਵਾਰੈ ਸਾਧਾਰ, ਉਹ ਆਪਣੇ ਪਰਿਵਾਰ ਨੂੰ ਵੀ ਸੁਧਾਰ ਦਿੰਦਾ, ਆਪਣੇ ਪਰਿਵਾਰ ਨੂੰ ਵੀ ਤਾਰ ਦਿੰਦਾ ਹੈ। ਹੁਣ ਇਹ ਧਿਆਨ ਦਿਓ, ਪਰਿਵਾਰ ਕੀ ਹੈ? ਕਿਉਂਕਿ ਇੱਥੇ ਕਈ ਤਰਕ ਕਰਨਗੇ ਵੀ ਕਈ ਮਹਾਨ ਪੁਰਖ ਅਸੀਂ ਵੇਖੇ ਨੇ, ਉਹ ਆਪ ਤਾਂ ਤਰੇ ਨੇ, ਪਰ ਜੇ ਉਹਨਾਂ ਦੇ ਪਰਿਵਾਰਾਂ ਦੀ ਗੱਲ ਕਰੀਏ, ਅੱਗੋਂ ਉਹਨਾਂ ਦੇ ਪੁੱਤ ਪੋਤਰੇ ਸਰਕਾਰਾਂ ਦੀਆਂ ਮੁਥਾਜੀਆਂ ਕਰਦੇ ਨੇ। ਉਹ ਮਹਾਨ ਸ਼ਖਸੀਅਤ ਆਪ ਤਾਂ ਆਜ਼ਾਦ ਵਿਚਰ ਕੇ ਗਿਆ, ਪਰ ਅੱਗੋਂ ਉਹਨਾਂ ਦੇ ਪੁੱਤ ਧੀਆਂ ਕੁਝ ਹੋਰ ਹੀ ਨਿਕਲਦੇ ਨੇ। ਔਰ ਇਹ ਧਿਆਨ ਦਿਓ ਸਾਧ ਸੰਗਤ, ਇਹ ਜ਼ਰੂਰੀ ਨਹੀਂ ਹੈ ਕਿ ਮਹਾਨ ਸ਼ਖਸੀਅਤ ਦਾ ਪੁੱਤ ਵੀ ਮਹਾਨ ਹੀ ਹੋਵੇ। ਅਸੀਂ ਕਈ ਵਾਰੀ ਨਾ ਜੀ ਕਿਸੇ ਨੂੰ ਇੱਜ਼ਤ ਜਾਂ ਕਿਸੇ ਦੀ ਬੇਇੱਜ਼ਤੀ ਇਸ ਕਰਕੇ ਹੀ ਕਰ ਦਿੰਦੇ ਹਾਂ ਵੀ ਲੈ ਜੀ ਫਲਾਣਾ ਬੰਦਾ ਕਿ ਉਹਦਾ ਤਾਂ ਪੁੱਤ ਐਵੇਂ ਦਾ ਨਿਕਲਿਆ। ਇਹ ਮੈਟਰ ਨਹੀਂ ਕਰਦਾ। ਹਾਂ ਠੀਕ ਹੈ, ਮਾਤਾ ਪਿਤਾ ਆਪਣੇ ਬੱਚਿਆਂ ਨੂੰ ਚੰਗਾ ਸੰਸਕਾਰ ਦੇਵੇ, ਜੇ ਉਹ ਆਪ ਹੀ ਗਲਤ ਸੰਸਕਾਰ ਦਿੰਦਾ ਪਏ ਫਿਰ ਤਾਂ ਕਸੂਰਵਾਰ ਹੈ ਹੀ। ਪਰ ਜੇ ਉਹਨੇ ਸਾਰਾ ਮਾਹੌਲ ਚੰਗਾ ਦਿੱਤਾ, ਸਾਰੇ ਸੰਸਕਾਰ ਚੰਗੇ ਦਿੱਤੇ ਨੇ, ਫਿਰ ਵੀ ਪੁੱਤ ਵਿਗੜ ਗਿਆ, ਇਹਦੇ ਵਿੱਚ ਉਸ ਪਿਤਾ ਦਾ ਕਸੂਰ ਜਾਂ ਉਸ ਮਾਂ ਦਾ ਕਸੂਰ ਨਹੀਂ ਹੈ। ਕਿਉਂਕਿ ਹਰ ਕੋਈ ਆਪੋ ਆਪਣੇ ਕਰਮ ਲੈ ਕੇ ਆਇਆ, ਸਭ ਦਾ ਆਪੋ ਆਪਣਾ ਜੀਵਨ ਹੈ। ਧਾਰਮਿਕ ਦੁਨੀਆ ਦੇ ਵਿੱਚ ਸਭ ਦਾ ਆਪੋ ਆਪਣਾ ਰਸਤਾ ਹੈ, ਆਪੋ ਆਪਣਾ ਜੀਵਨ ਹੈ, ਆਪੋ ਆਪਣੀ ਅਵਸਥਾ ਹੈ। ਇਸ ਕਰਕੇ ਕਦੀ ਵੀ ਇਸ ਤਾਂ ਹੀ ਭਗਤ ਜੀ ਨੇ ਕਿਹਾ ਨਾ, ਆਪਨ ਬਾਪੈ ਨਾ ਹੀ ਕਿਸੀ ਕੋ ਭਾਵਨ ਕੋ ਹਰ ਰਾਜਾ। ਉਹ ਰੱਬ ਕੋਈ ਬਾਪ ਦੀ ਜਗੀਰ ਥੋੜ੍ਹੀ ਆ ਵੀ ਜੇ ਬਾਪ ਦੇ ਕੋਲ 7 ਕਿੱਲੇ ਜ਼ਮੀਨ ਆ ਤੇ ਉਹ ਪੁੱਤ ਨੂੰ ਹੀ ਜਾਏਗੀ। ਇਹ ਦੁਨੀਆ ਦੇ ਵਿੱਚ ਤਾਂ ਹੋ ਸਕਦਾ ਹੈ ਵੀ ਜੇ ਬਾਪ ਕੋਲ 10 ਕਿੱਲੇ ਜ਼ਮੀਨ ਆ ਪੁੱਤ ਨੂੰ ਜਾਏਗੀ, ਪਰ ਇਹ ਧਾਰਮਿਕ ਦੁਨੀਆ 'ਚ ਨਹੀਂ ਹੁੰਦਾ ਵੀ ਜੇ ਪਿਤਾ ਨੇ ਰੱਬ ਪਾਇਆ ਤੇ ਪੁੱਤ ਦਾ ਵੀ ਹੱਕ ਹੈ ਉਸ ਰੱਬ 'ਤੇ। ਨਹੀਂ, ਉਹਨੂੰ ਵੀ ਫਿਰ ਘਾਲਣੀ ਪੈਣੀ ਹੈ। ਘਾਲੇਗਾ ਤੇ ਮਿਲ ਜੂਗਾ, ਨਹੀਂ ਘਾਲੇਗਾ ਤੇ ਫਿਰ ਤੁਰਿਆ ਫਿਰੇ। ਇਹਨੂੰ ਸਮਝਣਾ ਪੈਣਾ। ਫਿਰ ਪਰਿਵਾਰ ਸਾਧਾਰ ਕੀ ਹੈ ਇਹ ਸਮਝਿਓ। ਪਰਿਵਾਰ ਉਹ ਹੁੰਦਾ ਹੈ ਜਿਹੜਾ ਉਹਦੇ ਤੋਂ ਪ੍ਰਭਾਵਿਤ ਹੋ ਕੇ ਉਹਦੀ ਕੌਮ ਦਾ ਹਿੱਸਾ ਹੈ, ਮਨੁੱਖਤਾ ਦਾ ਹਿੱਸਾ ਹੈ। ਭਾਈ ਤਾਰੂ ਸਿੰਘ ਵਰਗਿਆਂ ਲਈ ਤਾਂ ਪੂਰੀ ਮਨੁੱਖਤਾ ਹੀ ਪਰਿਵਾਰ ਹੈ ਨਾ, ਪੂਰੀ ਕੌਮ ਹੀ ਪਰਿਵਾਰ ਹੈ। ਹੁਣ ਗੁਰੂ ਨਾਨਕ ਸਾਹਿਬ ਲਈ ਲਹਿਣਾ ਪੁੱਤ ਹੈ। ਜੇ ਵੇਖਿਆ ਜਾਵੇ ਹੁਣ ਸ਼੍ਰੀ ਚੰਦ ਜੀ ਤੇ ਸ਼੍ਰੀ ਲਖਮੀ ਦਾਸ ਜੀ, ਉਹ ਉਵੇਂ ਨਹੀਂ ਨਿਕਲੇ ਨਾ ਜਿਵੇਂ ਗੁਰੂ ਸਾਹਿਬ ਜੀ ਦਾ ਰਸਤਾ ਸੀ। ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਗੁਰੂ ਸਾਹਿਬ ਦੇ ਦੱਸੇ ਰਸਤੇ 'ਤੇ ਨਹੀਂ ਚੱਲੇ, ਪਰ ਲਹਿਣਾ ਧਰ ਗਿਆ ਹੈ। ਲਹਿਣਾ ਪਰਿਵਾਰ ਹੈ ਗੁਰੂ ਨਾਨਕ ਸਾਹਿਬ ਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਪਰਿਵਾਰ ਬਣਾਇਆ ਹੈ। ਤਾਂ ਜਿੰਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਗਿਆ, ਉਹ ਜਿੱਥੇ ਆਪ ਧਰਦਾ ਹੈ ਉਹ ਪਰਿਵਾਰ ਨੂੰ ਵੀ ਸੁਧਾਰ ਦਿੰਦਾ ਹੈ। ਅੱਜ ਤੁਸੀਂ ਦੇਖੋ, ਅਸੀਂ ਖਾਲਸਾ ਪੰਥ ਪਰਿਵਾਰ ਹਾਂ। ਭਾਈ ਤਾਰੂ ਸਿੰਘ ਜੀ ਦੇ ਪਰਿਵਾਰ ਦਾ ਹਿੱਸਾ ਹਾਂ ਅਸੀਂ, ਬੰਦਾ ਸਿੰਘ ਬਹਾਦਰ ਦੇ ਪਰਿਵਾਰ ਦਾ ਹਿੱਸਾ ਹਾਂ ਅਸੀਂ, ਬਾਬਾ ਜਰਨੈਲ ਸਿੰਘ ਜੀ ਦੇ ਪਰਿਵਾਰ ਦਾ ਹਿੱਸਾ ਹਾਂ ਅਸੀਂ। ਤੇ ਅੱਜ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਕੇ ਕਿੰਨਿਆਂ ਨੇ ਕੇਸ ਰੱਖੇ ਨੇ, ਕਿੰਨੇ ਮੋਟੀਵੇਟ ਹੋਏ ਨੇ ਉਹਨਾਂ ਦੀ ਗੱਲ ਕਰਕੇ। ਤੁਸੀਂ ਦੇਖੋ, ਭਗਤ ਪੂਰਨ ਸਿੰਘ ਜੀ ਨੇ 4 ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਸਿੱਖੀ ਧਾਰਨ ਕਰ ਲਈ। ਕਿੰਨੇ ਨੇ ਜਿਨ੍ਹਾਂ ਨੇ ਬਾਬਾ ਜਰਨੈਲ ਸਿੰਘ ਜੀ ਦੀ ਸ਼ਹੀਦੀ ਵੇਖ ਕੇ ਉਹ ਸਿੱਖ ਬਣ ਗਏ। ਉਹਨਾਂ ਨੇ ਪਰਿਵਾਰ ਤਾਰਤਾ ਨਾ, ਇਹ ਪਰਿਵਾਰ ਤਰਿਆ ਹੈ ਨਾ, ਇਹ ਪਰਿਵਾਰ ਸੁਧਰਿਆ ਹੈ ਨਾ ਉਹਨਾਂ ਨੂੰ ਯਾਦ ਕਰਕੇ। ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜਿਆ ਹੈ, ਉਹਨਾਂ ਤੋਂ ਮੋਟੀਵੇਸ਼ਨ ਲੈ ਕੇ ਪਤਾ ਨਹੀਂ ਕਿੰਨੇ ਬਦਲ ਜਾਂਦੇ ਨੇ। ਔਰ ਇਸ ਦੁਨੀਆ ਦੇ ਵਿੱਚ ਕਿੰਨੇ ਬਦਲੇ ਨੇ ਤੁਸੀਂ ਦੇਖੋ। ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਕਿੰਨੇ ਬਦਲੇ ਨੇ, ਭਾਈ ਤਾਰੂ ਸਿੰਘ ਨੂੰ ਯਾਦ ਕਰਕੇ ਕਿੰਨੇ ਬਦਲੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਕੇ ਕਿੰਨੇ ਬਦਲੇ ਨੇ, ਮਹਾਰਾਜਾ ਰਣਜੀਤ ਸਿੰਘ ਤੋਂ ਕਿੰਨੇ ਪ੍ਰਭਾਵਿਤ ਨੇ ਤੇ ਕਿੰਨੇ ਉਹਦੇ ਤੋਂ ਸਿੱਖਿਆ ਲੈ ਰਹੇ ਨੇ। ਸੁਧਾਰਦੇ, ਇਹਨੂੰ ਕਹਿੰਦੇ ਪਰਿਵਾਰ ਸੁਧਾਰਨਾ। ਮੰਨੈ ਪਰਿਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ,
ਜਿਹਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਜਾਵੇ ਉਹ ਆਪ ਵੀ ਤਰਦਾ ਹੈ ਅਤੇ ਗੁਰਸਿੱਖਾਂ ਨੂੰ ਵੀ ਤਾਰ ਦਿੰਦਾ ਹੈ। ਮੰਨੈ ਨਾਨਕ ਭਵੈ ਨਾ ਭਿਖ। ਜਿਸ ਨੇ ਵਾਹਿਗੁਰੂ ਜੀ ਨੂੰ ਮੰਨ ਲਿਆ, ਉਹਦੇ ਵਿੱਚ ਮਨ ਪਤੀਜ ਗਿਆ, ਉਹ ਫਿਰ ਮੰਗਣ ਦਾ ਮੁਥਾਜ ਨਹੀਂ ਰਹਿੰਦਾ। ਉਹ ਤਾਂ ਬੋਲ ਕੇ ਕਹਿੰਦਾ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਤਾਂ ਜੀਓ ਸਰੀਰੋਂ ਲੈ। ਉਹ ਮੁਥਾਜ ਨਹੀਂ ਰਹਿੰਦਾ, ਮੰਗਣ ਦਾ ਮੁਥਾਜ, ਉਹ ਘਰ ਘਰ ਜਾ ਕੇ ਮੰਗਦਾ ਨਹੀਂ, ਕਿਸੇ ਚੌਧਰੀਆਂ ਦੀ ਮੁਥਾਜੀ ਨਹੀਂ ਕਰਦਾ। ਵਾਹਿਗੁਰੂ ਜੀ ਨੂੰ ਮੰਨਣ ਵਾਲਾ ਆਜ਼ਾਦ ਵਿਚਰਦਾ ਹੈ। ਅੱਜ ਤੁਸੀਂ ਦੇਖੋ ਕਈ ਕਹਾਉਂਦੇ ਸੰਤ ਨੇ ਪਰ ਮੁਥਾਜੀ ਲੀਡਰਾਂ ਦੀ ਕਰਦੇ ਨੇ। ਉਹਨਾਂ ਨੂੰ ਬਹਿ ਬਹਿ ਕੇ ਲੱਡੂ ਵੰਡਦੇ, ਪੈਰਾਂ 'ਚ ਬਹਿ ਬਹਿ ਕੇ ਉਹਨਾਂ ਦੇ ਗੋਡੀ ਹੱਥੀ ਲਾਉਂਦੇ ਨੇ ਲੀਡਰਾਂ ਦੇ, ਉਂਝ ਸੰਤ ਕਹਿਲਾਉਂਦੇ ਨੇ। ਪਰ ਇਹ ਸੱਚ ਨਹੀਂ ਹੈ ਸਾਧ ਸੰਗਤ। ਜਿਹਦਾ ਮਨ ਵਾਹਿਗੁਰੂ ਜੀ ਦੀ ਹੋਂਦ ਵਿੱਚ ਪਤੀਜ ਜਾਵੇ ਨਾ, ਉਹ ਫਿਰ ਕਿਸੇ ਦੇ ਮੁਥਾਜ ਨਹੀਂ ਰਹਿੰਦੇ, ਉਹ ਆਜ਼ਾਦ ਵਿਚਰਦੇ ਨੇ ਸਾਧ ਸੰਗਤ, ਆਜ਼ਾਦ ਵਿਚਰਦੇ ਨੇ। ਮੰਨੈ ਨਾਨਕ ਭਵੈ ਨਾ ਭਿਖ। ਅੱਗੋਂ ਮਹਾਰਾਜ ਕਹਿੰਦੇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਐਸਾ ਮਹਾਨ ਹੈ ਮੇਰੇ ਵਾਹਿਗੁਰੂ ਜੀ ਦਾ ਨਾਮ, ਜਿਹੜਾ ਵਾਹਿਗੁਰੂ ਜੀ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਪਰ ਉਹਦੀ ਮਹਾਨਤਾ ਦੀ ਕਦਰ ਤਾਂ ਹੀ ਜਾਣਾਂਗੇ, ਉਹਦੇ ਨਾਲ ਸਾਂਝ ਤਾਂ ਹੀ ਪਾਵਾਂਗੇ ਜੇ ਉਹਨੂੰ ਮੰਨਾਂਗੇ। ਤਾਂ ਵਾਹਿਗੁਰੂ ਜੀ ਨੂੰ ਮੰਨਣਾ ਪਹਿਲਾਂ ਪੈਣਾ, ਅਹਿਸਾਸ ਬਾਅਦ ਵਿੱਚ ਹੋਏਗਾ, ਕਿਉਂਕਿ ਗੁਰੂ ਦੇ ਰਸਤੇ 'ਤੇ ਤੁਰਾਂਗੇ। ਔਰ ਪਹਿਲਾਂ ਮੰਨਣਾ ਇਸ ਕਰਕੇ ਕਿਉਂਕਿ ਗੁਰੂ ਨੇ ਕਿਹਾ ਹੈ। ਫਿਰ ਜਿਵੇਂ ਜਿਵੇਂ ਚੱਲਦੇ ਜਾਵਾਂਗੇ ਮੇਰੇ ਸਤਿਗੁਰੂ ਜੀ ਗੁਣ ਵੰਡੀ ਜਾਣਗੇ ਸਾਨੂੰ, ਅਤੇ ਜਿਵੇਂ ਜਿਵੇਂ ਗੁਣ ਆਉਂਦੇ ਜਾਣਗੇ ਸਾਨੂੰ ਵਾਹਿਗੁਰੂ ਜੀ ਦੀ ਹੋਂਦ ਦਾ ਅਹਿਸਾਸ ਹੁੰਦਾ ਜਾਵੇਗਾ। ਸਤਿਗੁਰੂ ਜੀ ਰਹਿਮਤ ਕਰਨ ਜੀ। ਇਹ ਮੰਨੈ ਵਾਲੀਆਂ 4 ਪੌੜੀਆਂ ਦੀ ਵਿਆਖਿਆ ਕੀਤੀ ਹੈ। ਮੈਂ ਸਮਰੱਥ ਨਹੀਂ ਹਾਂ, ਭੁੱਲਣਹਾਰ ਹਾਂ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਜਿੰਨੀਆਂ ਵੀ ਭੁੱਲਾਂ ਹੋਈਆਂ ਮੇਰੇ ਸਤਿਗੁਰੂ ਜੀ ਬਖਸ਼ ਦਿਓ ਜੀ, ਔਰ ਅਗਾਂਹ ਵਾਸਤੇ ਸਮੱਤ ਬਖਸ਼ਿਓ। ਰਹਿੰਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲੈਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।